हेलो स्टूडेंट, गुड मॉर्निंग टू ऑल ऑफ यू। बेटा ਜਿਹੜਾ ਆਪਾਂ ਨੈਕਸਟ ਲੈਕਚਰ ਆਣਾ ਹੈਗਾ ਈਟੀਡੀ ਦਾ ਆਪਣਾ ਹੈਗਾ ਜੈਂਡਰ ਡਿਵਰਸਿਟੀ ਵਾਲਾ, ਠੀਕ ਹੈ। ਉਹ ਹੈਗਾ ਆਪਣਾ 5th ਚੈਪਟਰ, ਜਿਹਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਅਸਮਰੱਥਾ ਅਤੇ ਸਮਲਿਤ ਦਾ ਇਤਿਹਾਸਿਕ ਤੇ ਸਮਕਾਲੀਨ ਪਰਿਪੇਖ ਬਾਰੇ ਆਪਾਂ ਡਿਸਕਸ ਕਰਨਾ, ਉਹਦੇ ਇਨਕਲੂਸ਼ਨਸ ਬਾਰੇ ਗੱਲ ਕਰਨੀ ਆਪਾਂ, ਠੀਕ ਹੈ ਜੀ। ਜਿਹਦੇ ਵਿੱਚ ਕੀ ਹੁੰਦਾ ਬੇਟਾ, ਆਪਣੇ ਕੋਲੇ ਪਹਿਲਾਂ ਆਪਾਂ ਅਸਮਰੱਥਾ ਦੀ ਗੱਲ ਕਰਦੇ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਡਿਸਐਬਿਲਿਟੀ ਦੇ ਨਾਮ ਨਾਲ ਜਾਣਦੇ ਹਾਂ। ਕਿਸੇ ਵੀ ਕੰਮ ਨੂੰ ਕਰਨ ਲਈ ਕੁਝ ਸਧਾਰਨ ਅਤੇ ਵਿਸ਼ੇਸ਼ ਯੋਗਤਾਵਾਂ ਜਾਂ ਸਮਰੱਥਾਵਾਂ ਦੀ ਲੋੜ ਹੁੰਦੀ ਹੈ। ਵੀ ਕੋਈ ਵੀ ਕੰਮ ਆਪਾਂ ਕਰਦੇ ਹਾਂ, ਉਹਨੂੰ ਕਰਨ ਦੇ ਲਈ ਆਪਾਂ ਨੂੰ ਯੋਗਤਾ ਵੀ ਚਾਹੀਦੀ ਹੈ ਅਤੇ ਆਪਣੇ ਵਿੱਚ ਸਮਰੱਥਾ ਮਤਲਬ ਸ਼ਕਤੀ ਵੀ ਹੋਣੀ ਚਾਹੀਦੀ ਹੈ। ਜਦੋਂ ਕੋਈ ਵਿਅਕਤੀ ਜਾਂ ਬਾਲਕ ਕਿਸੇ ਕੰਮ ਨੂੰ ਸਰੀਰਕ ਜਾਂ ਮਾਨਸਿਕ ਰੂਪ ਵਿੱਚ ਕਰਨ ਤੋਂ ਅਸਮਰੱਥ ਹੁੰਦਾ, ਮਤਲਬ ਉਹ ਕਰ ਨਹੀਂ ਸਕਦਾ, ਨਾ ਤਾਂ ਸਰੀਰ ਦੇ ਪੱਖ ਤੋਂ, ਕਈ ਵਾਰ ਤਾਂ ਮਤਲਬ ਸਰੀਰਕ ਪੱਖ ਤੋਂ ਜਿਵੇਂ ਕਿਸੇ ਦਾ ਕੋਈ ਅੰਗ ਵਗੈਰਾ ਨਹੀਂ ਹੁੰਦਾ ਸਹੀ ਤਰੀਕੇ ਨਾਲ, ਉਹ ਨਹੀਂ ਚੱਲਦਾ ਹੁੰਦਾ, ਮਾਨਸਿਕ ਪੱਖ ਤੋਂ ਜਿਵੇਂ ਵੀ ਕਿਸੇ ਦਾ ਦਿਮਾਗ ਘੱਟ ਹੁੰਦਾ, ਤਾਂ ਕਰਨ ਦੇ ਮਤਲਬ ਅਸਮਰੱਥ ਹੁੰਦਾ, ਤਾਂ ਉਸਨੂੰ ਅਸਮਰੱਥਾ ਦਾ ਨਾਮ ਦਿੱਤਾ ਜਾਂਦਾ ਹੈ। ਸਿੱਖਿਆ ਪ੍ਰਾਪਤੀ ਲਈ ਗਿਆਨ ਇੰਦਰੀਆਂ ਅਤੇ ਬੁੱਧੀ ਦੋਨਾਂ ਲੋੜੀਂਦੀ ਆ। ਗਿਆਨ ਇੰਦਰੀਆਂ ਮਤਲਬ ਆਪਣੇ ਅੰਗ ਪੈਰ, ਮਤਲਬ ਕਿ ਨਾਲ ਤੇ ਬੁੱਧੀ ਆਪਣੇ ਮਤਲਬ ਦਿਮਾਗ, ਦੋਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ ਜਦੋਂ ਆਪਾਂ ਸਿੱਖਿਆ ਪ੍ਰਾਪਤ ਕਰਨੀ ਹੈ। ਜੇਕਰ ਕਿਸੇ ਵੀ ਬਾਲਕ ਦੀ ਬੁੱਧੀ ਦਾ ਪੱਧਰ ਨੀਵਾਂ ਤਾਂ ਉਹ ਸਰੀਰਕ ਰੂਪ ਤੋਂ ਅਪੰਗ ਹੁੰਦਾ, ਠੀਕ ਹੈ, ਵੀ ਬੁੱਧੀ ਸਹੀ ਨਹੀਂ ਹੈਗੀ ਤਾਂ ਉਹ ਅਸਮਰੱਥ ਕਹਾਉਂਦਾ ਹੈ। ਅਸਮਰੱਥਾ ਜਿਹੜੀ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਤਾਂ ਮਾਨਸਿਕ ਅਸਮਰੱਥਾ ਹੁੰਦੀ, ਇੱਕ ਸਰੀਰਕ। ਮਾਨਸਿਕ ਨੂੰ ਮੈਂਟਲ ਐਬਿਲਿਟੀ ਬੋਲਦੇ ਆ, ਠੀਕ ਹੈ ਜੀ, ਜਿਹਨੂੰ ਸਰੀਰਕ ਨੂੰ ਬੋਲਦੇ ਨੇ ਫਿਜ਼ੀਕਲ। ਮਾਨਸਿਕ ਅਸਮਰੱਥਾ ਦੋ ਪ੍ਰਕਾਰ ਦੀ ਹੁੰਦੀ ਹੈ, ਸਿੱਖਣ ਅਸਮਰੱਥਾ ਅਤੇ ਮੰਦਬੁੱਧੀ। ਅਜਿਹੇ ਬਾਲਕ ਅੰਦਰ ਲਿਖਣ ਪੜ੍ਹਨ ਅਤੇ ਗਣਿਤ ਸਿੱਖਣ ਸੰਬੰਧੀ ਮੁਸ਼ਕਲਾਂ, ਗਣਿਤ ਨੂੰ ਸਿੱਖਣ ਸੰਬੰਧੀ, ਲਿਖਣ ਪੜ੍ਹਨ ਅਤੇ ਇੱਦਾਂ ਦੀਆਂ ਮਤਲਬ ਮੁਸ਼ਕਲਾਂ ਆਉਂਦੀਆਂ ਨੇ, ਜਿਹਨੂੰ ਆਪਾਂ ਲਰਨਿੰਗ ਡਿਸੇਬਿਲਿਟੀ ਦੇ ਨਾਮ ਨਾਲ ਜਾਣਦੇ ਹਾਂ। ਜਿਹੜੇ ਮੰਦਬੁੱਧੀ ਵਾਲੇ ਲੋਕ ਬੱਚੇ ਹੁੰਦੇ ਨੇ, ਮੈਂਟਲ ਐਬਿਲਿਟੀ ਗਲਤ ਕਰਦੇ ਰਿਟਾਰਟਡ, ਠੀਕ ਹੈ। ਜਿਹੜੇ ਬਾਲਕਾਂ ਦੀ ਬੁੱਧੀ ਸਧਾਰਨ ਬਾਲਕਾਂ ਤੋਂ ਮਤਲਬ ਕਿ ਜਿਵੇਂ ਨੋਰਮਲ ਵਿਦਿਆਰਥੀਆਂ ਤੋਂ ਘੱਟ ਹੁੰਦੀ ਆ, ਵੀ ਕਈ ਦਿਮਾਗ ਦੇ ਥੋੜ੍ਹੇ ਮੋਟੇ ਹੁੰਦੇ ਆਪਾਂ ਕਹਿ ਦਿੰਦੇ ਹਾਂ ਨਾ, ਉਹ ਆਮ ਬੱਚਿਆਂ ਵਾਂਗ ਵਿਚਰਦੇ ਨਹੀਂ, ਮਤਲਬ ਕਿ ਆਪਦੇ ਵਿਚਾਰ ਨਹੀਂ ਦੇ ਸਕਦੇ, ਉਹ ਮੰਦਬੁੱਧੀ ਕਹਾਉਂਦੇ ਨੇ। ਸਰੀਰਕ ਅਸਮਰੱਥਾ, ਸਰੀਰਕ ਅਸਮਰੱਥਾ ਹੇਠ ਲਿਖੀਆਂ ਹੋ ਸਕਦੀਆਂ। ਸਰੀਰਕ ਅਸਮਰੱਥਾ, ਠੀਕ ਹੈ, ਦ੍ਰਿਸ਼ਟੀ ਅਸਮਰੱਥਾ, ਸੁਣਨਾ ਅਸਮਰੱਥਾ, ਬੋਲਣਾ ਅਸਮਰੱਥਾ। ਜਿਹੜੀ ਆਪਣੀ ਅਸਮਰੱਥਾ ਅੰਸ਼ਿਕ ਜਾਂ ਸੰਪੂਰਨ, ਅੰਸ਼ਿਕ ਮਤਲਬ ਅੱਧਾ ਹਿੱਸਾ ਕੁਛ ਲਾ ਲਓ, ਜਾਂ ਸੰਪੂਰਨ ਪੂਰਾ ਲਾ ਲਓ, ਅਸਥਾਈ ਜਾਂ ਸਥਾਈ ਹੋ ਸਕਦਾ ਹੈ। ਅਸਮਰੱਥਾ ਦਾ ਸੰਬੰਧ ਕਿਰਿਆਵਾਂ ਦੇ ਕਿਰਿਆਤਮਕ ਪੱਖ ਨਾਲ ਹੁੰਦਾ, ਵੀ ਕਿਰਿਆਵਾਂ ਆਪਣੇ ਮਤਲਬ ਕਿਰਿਆਵਾਂ ਕਿਵੇਂ ਕਰਦੀ ਹੈ। ਤਾਂ ਉਦਾਹਰਨ ਦੇ ਤੌਰ 'ਤੇ ਜਿਸ ਤਰ੍ਹਾਂ ਇਹ ਨਿਸ਼ਚਿਤ ਕੀਤਾ ਜਾਵੇ ਕਿ ਦ੍ਰਿਸ਼ਟੀਹੀਨ ਬਾਲਕ ਪੜ੍ਹਨ ਲਿਖਣ ਸੰਬੰਧੀ ਕਿਰਿਆ ਵਿੱਚ ਕਿੰਨਾ ਸਮਰੱਥ ਹੈ, ਵੀ ਦ੍ਰਿਸ਼ਟੀਹੀਨ ਜਿਹਨੂੰ ਨਹੀਂ ਦਿਸਦਾ, ਵੀ ਪੜ੍ਹਨ ਲਿਖਣ ਸੰਬੰਧੀ ਉਹ ਕਿੰਨਾ ਕੁ ਕੰਮ ਕਰਦਾ, ਕਿਵੇਂ ਕਰਦਾ ਕਿਰਿਆ, ਕਿੰਨਾ ਕੁ ਸਮਰੱਥਾ ਉਹਦੀ। ਅਸਮਰੱਥਾ ਦਾ ਅੰਦਾਜ਼ਾ ਸਰੀਰਕ ਕੰਮਾਂ ਨੂੰ ਕਰਨ ਦੀ ਮਤਲਬ ਕਿ ਸਮਝਣ ਤੋਂ ਵੀ ਲਗਾਇਆ ਜਾ ਸਕਦਾ, ਵੀ ਸਰੀਰਕ ਕੰਮਾਂ ਨੂੰ ਉਹ ਕਿਵੇਂ ਕਰਦਾ। ਅੰਸ਼ਿਕ ਰੂਪ ਵਿੱਚ ਵਿਕਾਰੀ ਬਾਲਕ ਸੰਪੂਰਨ ਰੂਪ ਨਾਲ ਵਿਕਾਰੀ ਬਾਲਕਾਂ ਨਾਲੋਂ ਸੁਣਨ ਕਿਰਿਆ ਵਿੱਚ ਜ਼ਿਆਦਾ ਸਮਰੱਥ ਹੁੰਦੇ ਨੇ। ਅੰਸ਼ਿਕ ਰੂਪ ਵਿੱਚ ਜਿਹੜੇ ਪੂਰੇ ਹੁੰਦੇ ਨੇ ਬਾਲਕ, ਸੰਪੂਰਨ ਬਾਲਕਾਂ ਨੂੰ ਮਤਲਬ ਸੁਣਨ ਕਿਰਿਆ ਵਿੱਚ ਜ਼ਿਆਦਾ ਅਸਮਰੱਥ ਹੁੰਦੇ ਨੇ। ਇਸ ਤਰ੍ਹਾਂ ਦੀਆਂ ਸਾਰੀਆਂ ਮਤਲਬ ਗੱਲਾਂ ਇਹਦੇ ਵਿੱਚ ਆ ਜਾਂਦੀਆਂ ਨੇ। ਜਿਵੇਂ ਆਪਣੇ ਕੋਲੇ ਦੂਸਰਾ ਆ ਗਿਆ, ਇਸ ਲਈ ਕਹਿੰਦੇ ਜੋ ਵੀ ਆਪਣੇ ਕੋਲੇ ਵਿਕਾਰ ਹਮੇਸ਼ਾ ਅਸਮਰੱਥਾ ਉਤਪੰਨ ਨਹੀਂ ਕਰਦਾ। ਇਸ ਤੋਂ ਬਾਅਦ ਆ ਗਿਆ ਬੇਟਾ ਆਪਣੇ ਕੋਲੇ ਵਿਕਾਰ ਕੀ ਹੁੰਦਾ ਗਾ। ਵਿਕਾਰ ਤੋਂ ਭਾਵ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਕਿਰਿਆਵਾਂ ਦੀ ਹਾਨੀ ਹੋਣ ਤੋਂ ਆ, ਭਾਵ ਉਸਨੂੰ ਸੀਮਾਵਾਂ ਵਿੱਚ ਬੰਨ੍ਹਣ ਤੋਂ ਆ, ਵੀ ਹਾਨੀ ਹੋਣਾ ਕਹਿ ਦਿੰਦੇ ਆ, ਵੀ ਉਹਨੂੰ ਮਤਲਬ ਇੱਕ ਲਿਮਿਟ ਦੇ ਵਿੱਚ ਰੱਖਿਆ ਜਾਂਦਾ, ਠੀਕ ਹੈ, ਵੀ ਤੂੰ ਆਹੀ ਕਰਨਾ, ਇੰਨੇ ਕਰਨਾ। ਇਹ ਗਿਆਨ ਇੰਦਰੀਆਂ ਦੇ ਨੁਕਸਾਨ ਨਾਲ ਸੰਬੰਧਿਤ ਹੈ, ਵੀ ਗਿਆਨ ਇੰਦਰੀਆਂ ਦਾ ਨੁਕਸਾਨ ਹੁੰਦਾ ਇਹਦੇ ਨਾਲ, ਕਿਉਂਕਿ ਜਦੋਂ ਆਪਾਂ ਸਰੀਰ ਤੋਂ ਕੋਈ ਕੰਮ ਨਹੀਂ ਲੈਂਦੇ, ਵੀ ਆਪਾਂ ਕੋਈ ਕੰਮ ਨਹੀਂ ਕਰਦੇ, ਤਾਂ ਉਹ ਨਾਲ ਆਪਣੀ ਗਿਆਨ ਇੰਦਰੀਆਂ ਘਟਦੀਆਂ ਹੀ ਨੇ, ਵੀ ਆਪਣਾ ਕੰਮ ਆ ਜਿਹੜਾ ਸਹੀ ਤਰੀਕੇ ਨਾਲ ਨਹੀਂ ਹੁੰਦਾ, ਵੀ ਆਪਣਾ ਸਰੀਰ ਕੀ ਅੰਗ ਪੈਰ ਖੜ੍ਹ ਜਾਂਦੇ ਨੇ। ਇਹ ਸਰੀਰਕ ਸੰਰਚਨਾ ਸੰਬੰਧੀ ਨੁਕਸਾਨ ਕਮੀ ਜਾਂ ਵਿਵਕਤਾ ਹੈ ਜੋ ਜਨਮ ਦੇ ਸਮੇਂ ਜਾਂ ਜਨਮ ਤੋਂ ਬਾਅਦ ਹੋ ਸਕਦੀ ਹੈ। ਮਤਲਬ ਇਹ ਸਰੀਰ ਦੇ ਵਿੱਚ ਕਮੀ ਹੋ ਜਾਂਦੀ, ਕੋਈ ਨੁਕਸ ਪੈ ਜਾਂਦਾ, ਤਾਂ ਉਹਨੂੰ ਵਿਕਾਰ ਬੋਲ ਦਿੰਦੇ ਬੇਟਾ। ਵਿਕਾਰ ਸਰੀਰ ਦੇ ਸੰਬੰਧਿਤ ਭਾਗ ਜਾਂ ਅੰਦਰ ਦੀਆਂ ਸਧਾਰਨ ਕਿਰਿਆਵਾਂ ਨੂੰ ਪ੍ਰਭਾਵਿਤ ਕਰਦਾ। ਸਰੀਰ ਦੇ ਅੰਦਰ ਜਿਵੇਂ ਕੋਈ ਬੱਚਾ ਸਟਾਰਟਿੰਗ ਤੋਂ ਕਿਸੇ ਨੂੰ ਪੋਲੀਓ ਗ੍ਰਸਤ ਹੁੰਦਾ, ਠੀਕ ਹੈ, ਉਸਦੀਆਂ ਗਤਿਆਤਮਕ ਕਿਰਿਆਵਾਂ ਵਿੱਚ ਵਿਘਨ ਅਨੁਭਵ ਹੁੰਦਾ। ਘੱਟ ਦ੍ਰਿਸ਼ਟੀ ਵਾਲੇ ਬਾਲਕ ਨੂੰ ਦੇਖਣ ਵਿੱਚ ਮੁਸ਼ਕਿਲ ਹੁੰਦੀ, ਕਈਆਂ ਦੀ ਨਿਗਾਹ ਘੱਟ ਹੁੰਦੀ ਹੈ। ਕੰਨਾਂ ਵਿੱਚ ਵਿਕਾਰ ਹੁੰਦਾ, ਜਿਵੇਂ ਕਿ ਇਹਨਾਂ ਨੂੰ ਸੁਣਨ ਦੇ ਵਿੱਚ ਮੁਸ਼ਕਿਲ ਆਉਂਦੀ ਆ, ਠੀਕ ਹੈ। ਇਸ ਤਰ੍ਹਾਂ ਅੱਗੇ ਆ ਗਿਆ ਅਪੰਗਤਾ। ਅਪੰਗਤਾ ਨੂੰ ਅਸਮਰੱਥਾ ਵੀ ਕਿਹਾ ਜਾਂਦਾ ਹੈ। ਇਸ ਤੋਂ ਭਾਵ ਹੈ ਕਿ ਵਿਅਕਤੀ ਨੂੰ ਆਪਣੇ ਕੰਮ ਕਰਨ ਦੇ ਲਈ ਕਿਸੇ ਬਾਹਰੀ ਸਹਾਰੇ ਦੀ ਜ਼ਰੂਰਤ ਪੈਂਦੀ ਹੈ, ਠੀਕ ਹੈ ਜੀ। ਜਿਵੇਂ ਅਪੰਗਤਾ ਵਿੱਚ ਅੰਗ ਦਾ ਨਾ ਹੋਣਾ, ਦੁਰਘਟਨਾ ਜਾਂ ਕਿਸੇ ਬਿਮਾਰੀ ਦੇ ਵਿੱਚ ਕਿਸੇ ਮਤਲਬ ਜਲਣ ਕਰ ਕੋਈ ਅੰਗ ਦਾ ਨਸ਼ਟ ਹੋ ਜਾਂਦਾ, ਕਿਸੇ ਦੀ ਲੱਤ ਕੱਟੀ ਜਾਂਦੀ ਹੈ ਜਾਂ ਕਿਸੇ ਦੀ ਬਾਂਹ ਕੱਟੀ ਜਾਂਦੀ ਹੈ ਜਾਂ ਕਿਸੇ ਦਾ ਪੈਰ ਨਹੀਂ ਹੁੰਦਾ, ਇਸ ਤਰ੍ਹਾਂ ਦੀਆਂ ਮਤਲਬ ਜੋ ਵੀ ਘਾਟਾਂ ਹੁੰਦੀਆਂ ਨੇ ਉਹਨੂੰ ਕੀ ਬੋਲ ਦਿੰਦੇ ਆਪਾਂ, ਅਪੰਗਤਾ ਬੋਲ ਦਿੰਦੇ ਹਾਂ। ਅਪੰਗਤਾ ਸਥਾਈ ਅਤੇ ਅੰਸ਼ਿਕ ਹੁੰਦੀ ਆ, ਵੀ ਪੂਰੀ ਵੀ ਹੋ ਸਕਦੀ ਹੈ ਅਤੇ ਅੱਧੀ ਵੀ ਹੋ ਸਕਦੀ ਹੈ। ਅੰਸ਼ਿਕ ਜਿਹੜੀ ਵਿਕਲਾਂਗਤਾ ਹੁੰਦੀ ਹੈ ਉਹਨੂੰ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ। ਉਦਾਹਰਨ ਦੇ ਤੌਰ 'ਤੇ ਜੇਕਰ ਕਿਸੇ ਦੁਰਘਟਨਾ ਵਿੱਚ ਪੈਰ ਕੱਟਿਆ ਗਿਆ ਹੋਵੇ ਤਾਂ ਨਕਲੀ ਪੈਰ ਲਗਾ ਕੇ, ਠੀਕ ਹੈ, ਅਪੰਗਤਾ ਨੂੰ ਦੂਰ ਕੀਤਾ ਜਾ ਸਕਦਾ। ਇਸ ਦਾ ਸੰਬੰਧ ਮੁੱਖ ਰੂਪ ਵਿੱਚ ਸਮਾਜਿਕ ਅਤੇ ਮਨੋਵਿਗਿਆਨਿਕ ਰੂਪ ਨਾਲ ਆ, ਮਤਲਬ ਦੋਨਾਂ ਨਾਲ ਹੀ ਆ, ਜਿਸ ਕਾਰਨ ਵਿਅਕਤੀ ਦੇ ਵਿਵਹਾਰਿਕ ਲੱਛਣ ਕੀ ਹੋ ਜਾਂਦੇ ਨੇ, ਸੀਮਿਤ ਹੋ ਜਾਂਦੇ ਨੇ। ਉਪਰੋਕਤ ਜਿਹੜੇ ਤਿੰਨੇ ਸ਼ਬਦ ਆ, ਅਸਮਰੱਥ, ਅਪੰਗਤਾ ਅਤੇ ਵਿਕਾਰ, ਇਸ ਨੂੰ ਇਸ ਪ੍ਰਕਾਰ ਸਮਝਾਇਆ ਜਾ ਸਕਦਾ। ਵਿਕਾਰ ਸੰਰਚਨਾ ਦੇ ਰੂਪ ਵਿੱਚ ਹੁੰਦਾ ਹੈ। ਕਾਹਦੇ ਵਿੱਚ ਹੁੰਦਾ? ਸੰਰਚਨਾ। ਵਿਕਾਰ ਮਤਲਬ ਕਿ ਆਪਾਂ ਉਹਨੂੰ ਦੇਖ ਕੇ
ਪਤਾ ਲੱਗ ਜਾਂਦਾ ਵੀ ਆਹ ਬੰਦੇ ਦੇ ਅੰਗ ਦੇ ਵਿੱਚ ਪ੍ਰੋਬਲਮ ਹੈ। ਅਸਮਰੱਥਾ ਵਿਵਹਾਰਿਕ ਰੂਪ ਵਿੱਚ ਹੁੰਦੀ ਹੈ, ਡਿਸੇਬਿਲਿਟੀ। ਅਸਮਰੱਥਾ ਉਹ ਆਪਾਂ ਨੂੰ ਵਿਵਹਾਰ ਉਹਦੇ ਮਤਲਬ ਚੱਲਣ ਦੇ ਤੌਰ ਤਰੀਕੇ, ਮਤਲਬ ਕਿ ਕੰਮ ਕਿਵੇਂ ਕਰਦਾ ਉਹ ਤੋਂ ਪਤਾ ਲੱਗ ਜਾਂਦਾ ਕਿੱਦਾਂ ਦਾ ਮਿਸਬਿਹੇਵ ਆ ਉਹਦਾ। ਅਪੰਗਤਾ ਜਿਹੜੀ ਸਮਾਜਿਕ ਅਤੇ ਕਹਿੰਦੇ ਮਨੋਵਿਗਿਆਨਿਕ ਹੁੰਦੀ ਹੈ, ਵੀ ਦੋਨੇ ਹੀ ਹੁੰਦੀਆਂ। ਇਹਦੇ ਵਿੱਚ ਹੈਂਡੀਕੈਪ ਵੀ ਹੁੰਦਾ, ਇਹ ਸੋਸ਼ਲ ਹੈ ਜਾਂ ਸਾਈਕੋਲੋਜੀਕਲ। ਅਪੰਗਤਾ ਇਹਨੂੰ ਬੋਲਦੇ ਨੇ। ਅਪੰਗਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਵੀ ਅਪੰਗਤਾ ਕੀ ਹੁੰਦੀ ਹੈ, ਵੀ ਜਿਹੜਾ ਵਿਅਕਤੀ ਕਿਸੇ ਕੰਮ ਕਰਨ ਦੇ ਲਈ ਕਿਸੇ ਮਤਲਬ ਬਾਹਰਲੇ ਲੋਕਾਂ ਦੀ ਸਹਾਰਾ ਨੂੰ ਤੱਕਦਾ, ਠੀਕ ਹੈ, ਉਹਨੂੰ ਕੀ ਬੋਲਦੇ ਨੇ ਆਪਾਂ, ਅਪੰਗਤਾ ਦੇ ਨਾਮ ਨਾਲ ਜਾਣਿਆ ਜਾਂਦਾ। ਵਿਕਾਰ, ਅਸਮਰੱਥਾ ਅਤੇ ਅਪੰਗਤਾ ਇੱਕ ਦੂਸਰੇ ਨਾਲ ਕਿਰਿਆਤਮਕ ਰੂਪ ਵਿੱਚ ਸੰਬੰਧਿਤ ਹੈ, ਮਤਲਬ ਇੱਕ ਦੂਜੇ ਨਾਲ ਜਦੋਂ ਆਪਾਂ ਕਿਰਿਆਵਾਂ ਕਰਦੇ ਹਾਂ ਸਾਰੀਆਂ ਚੀਜ਼ਾਂ, ਦੇਖੋ ਜੇਕਰ ਕੋਈ ਅੰਗ ਨਾ ਹੋਊਗਾ ਤਾਂ ਉਹ ਕੰਮ ਕਿਵੇਂ ਕਰੂਗਾ, ਜੇ ਉਹਦਾ ਦਿਮਾਗ ਨਾ ਹੋਊ ਉਹ ਕੰਮ ਨੂੰ ਕਿਵੇਂ ਕਰੂਗਾ, ਠੀਕ ਹੈ, ਜਿਸ ਨੂੰ ਉਦਾਹਰਨਾਂ ਦੇ ਮਾਧਿਅਮ ਨਾਲ ਸਪਸ਼ਟ ਕੀਤਾ ਜਾ ਸਕਦਾ। ਉਦਾਹਰਨ ਦੇ ਤੌਰ 'ਤੇ ਦੇਖੋ, ਕਿਸੇ ਵਿਅਕਤੀ ਦੀ ਜਨਮ ਤੋਂ ਹੀ ਸੱਜੇ ਹੱਥ ਦੀ ਉਂਗਲੀ ਛੋਟੀ ਆ ਅਤੇ ਇਸ ਨੂੰ ਸਰੀਰ ਦੀ ਬਨਾਵਟ ਦੀ ਦ੍ਰਿਸ਼ਟੀ ਤੋਂ ਵਿਕਾਰ ਕਿਹਾ ਜਾਂਦਾ। ਬਨਾਵਟ ਤੋਂ ਲੈ ਲਿਆ ਨਾ, ਪਰੰਤੂ ਇਹ ਵਿਕਾਰ ਉਸ ਨੂੰ ਕਿਸੇ ਪ੍ਰਕਾਰ ਅਸਮਰੱਥ ਨਹੀਂ ਬਣਾਉਂਦਾ। ਜੇਕਰ ਕੋਈ ਬਾਲਕ ਸਰੀਰਕ ਰੂਪ ਵਿੱਚ ਵਿਕਾਰੀ ਹੈ ਤਾਂ ਉਸਦਾ ਵਿਕਾਰ ਉਸ ਨੂੰ ਜੀਵਨ ਦੀਆਂ ਸਧਾਰਨ ਕਿਰਿਆਵਾਂ ਕਰਨ ਵਿੱਚ ਅਸਮਰੱਥ ਕਰਦਾ ਅਤੇ ਉਸ ਨੂੰ ਅਪੰਗ ਕਹਿੰਦੇ ਆ, ਵੀ ਉਹ ਕੰਮ ਕਰਨ ਦੇ ਵਿੱਚ ਮਤਲਬ ਉਹਦੀ ਹੈਲਪ ਨਹੀਂ ਕਰਦਾ, ਮਤਲਬ ਉਹ ਕੰਮ ਨਹੀਂ ਕਰ ਸਕਦਾ, ਠੀਕ ਆ। ਜੇਕਰ ਕੋਈ ਬਾਲਕ ਸਰੀਰਕ ਰੂਪ ਵਿੱਚ ਵਿਕਾਰੀ ਹੈ ਤਾਂ ਉਸਦਾ ਵਿਕਾਰ ਉਸ ਨੂੰ ਜੀਵਨ ਦੀਆਂ ਸਧਾਰਨ ਕਿਰਿਆਵਾਂ ਕਰਨ ਵਿੱਚ ਅਸਮਰੱਥ ਕਰਦਾ ਤਾਂ ਉਸ ਨੂੰ ਕੀ ਬੋਲ ਦਿੰਦੇ ਆ, ਅਪੰਗ। ਅਪੰਗਤਾ ਅੰਸ਼ਿਕ ਰੂਪ ਵਿੱਚ ਅਯੋਗਤਾ ਜਾਂ ਅਸਮਰੱਥਾ ਦਾ ਕਾਰਨ ਬਣਦੀ ਹੈ, ਮਤਲਬ ਅਯੋਗਤਾ ਕਿਸੇ ਕੰਮ ਨੂੰ ਨਾ ਕਰਨ ਦੀ ਯੋਗਤਾ, ਵੀ ਉਹਦੇ ਵਿੱਚ ਕੰਮ ਕਰਨ ਦੀ ਯੋਗਤਾ ਨਹੀਂ ਹੈਗੀ, ਠੀਕ ਹੈ। ਅਕਸਰ ਇਹ ਦੇਖਿਆ ਗਿਆ ਹੈ ਕਿ ਅਪੰਗ ਬਾਲਕਾਂ ਵਿੱਚ ਅਸਮਰੱਥਾ ਸਰੀਰ ਦੇ ਇੱਕ ਅੰਗ ਜਾਂ ਗਿਆਨ ਇੰਦਰੀ ਨੂੰ ਪ੍ਰਭਾਵਿਤ ਕਰਦੀ ਹੈ। ਬਾਕੀ ਸਾਰੇ ਅੰਗ ਇੰਦਰੀਆਂ ਇਸ ਨਾਲ ਪ੍ਰਭਾਵਿਤ ਨਹੀਂ ਹੁੰਦੀਆਂ, ਬਾਕੀ ਨਹੀਂ ਹੁੰਦੇ, ਇੱਕ ਦੋ ਅੰਗਾਂ ਨੂੰ ਹੀ ਇਹ ਕੀ ਕਰਦੇ, ਇੱਕ ਦੂਜੇ ਨਾਲ ਪ੍ਰਭਾਵਿਤ ਕਰਦੀ ਹੈ। ਇਸ ਤੋਂ ਬਾਅਦ ਵਿਕਾਰ, ਅਸਮਰੱਥਾ ਅਤੇ ਅਪੰਗਤਾ ਵਿੱਚ ਅੰਤਰ ਦੱਸਿਆ ਬੇਟਾ ਆਪਣੇ ਕੋਲ। ਕਿਸਮ ਜਿਵੇਂ ਦ੍ਰਿਸ਼ਟੀ ਦੇ ਆਧਾਰ 'ਤੇ ਜੇ ਦੇਖੀਏ ਵਿਕਾਰ, ਅੱਖਾਂ ਟੇਢੀਆਂ ਹੁੰਦੀਆਂ ਨੇ, ਠੀਕ ਤਰ੍ਹਾਂ ਦਿਖਾਈ ਨਾ ਦੇਣਾ, ਠੀਕ ਹੈ। ਅਸਮਰੱਥਾ ਕੀ ਹੁੰਦਾ, ਅੱਖਾਂ ਵਿੱਚ ਪ੍ਰਤੀਬਿੰਬ ਨਾ ਬਣਨਾ, ਠੀਕ ਹੈ, ਵੀ ਉਹ ਦੇਖ ਨਹੀਂ ਸਕਦਾ। ਅੱਗੇ ਦੇਖਣ ਵਿੱਚ ਅਸਮਰੱਥ ਨਾ ਹੋਣ ਕਾਰਨ ਅਪੰਗਤਾ, ਠੀਕ ਹੈ, ਵੀ ਦੇਖਣ ਵਿੱਚ ਵੀ ਉਹ ਅਸਮਰੱਥ ਹੁੰਦਾ, ਵੀ ਦੇਖ ਨਹੀਂ ਸਕਦਾ ਹੁੰਦਾ। ਸੁਣਨ ਵਿੱਚ, ਕੰਨਾਂ ਵਿੱਚ ਸੁਣਨ ਦੀ ਗਠਿਆਈ ਹੁੰਦੀ ਹੈ, ਧੁਨੀ ਸੁਣ, ਇਹਦੇ ਵਿੱਚ ਮਤਲਬ ਆਵਾਜ਼ ਨਹੀਂ ਸੁਣਦੀ ਆਪਾਂ ਨੂੰ, ਠੀਕ ਹੈ, ਉਸਦਾ ਪ੍ਰਯੋਗ ਨਾ ਕਰ ਪਾਉਣਾ, ਮਤਲਬ ਕੰਨ ਦਾ ਉਹ ਪ੍ਰਯੋਗ ਨਹੀਂ ਕਰ ਪਾਉਂਦਾ, ਕਿਉਂਕਿ ਜਦੋਂ ਉਹਨੂੰ ਸੁਣਦਾ ਹੀ ਨਹੀਂ ਉਹ ਪ੍ਰਯੋਗ ਕੀ ਕਰੂਗਾ ਉਹਦਾ। ਸਰੀਰਕ ਦੋਸ਼, ਜਿਵੇਂ ਕਿਸੇ ਅੰਗ ਦਾ ਪੂਰਨ ਅੰਸ਼ਿਕ ਰੂਪ ਵਿੱਚ ਨਾ ਹੋਣਾ ਜਾਂ ਬਾਹਾਂ ਅਤੇ ਪੈਰਾਂ ਵਿੱਚ ਅਪੰਗਤਾ ਹੋਣਾ, ਠੀਕ ਹੈ। ਇੱਛਾ ਅਨੁਸਾਰ ਹਰਕਤ ਕਰਨ ਵਿੱਚ ਕਠਿਨਾਈ, ਵੀ ਇੱਛਾ ਅਨੁਸਾਰ ਜਿਵੇਂ ਚਾਹੀਏ ਵੀ ਮੈਂ ਬਾਂਹ ਹਿਲਾਉਣੀ, ਉਹ ਬਾਂਹ ਨਹੀਂ ਹਿਲਾ ਸਕਦਾ ਹੁੰਦਾ, ਸਧਾਰਨ ਰੂਪ ਵਿੱਚ ਉਸਦਾ ਪ੍ਰਯੋਗ ਨਹੀਂ ਕਰ ਪਾਉਣਾ। ਮਾਨਸਿਕ ਯੋਗਤਾ ਦੀ ਘਾਟ ਹੁੰਦੀ ਆ, ਬੁੱਧੀ ਮਤਲਬ ਸਹੀ ਤਰੀਕੇ ਨਾਲ ਨਹੀਂ ਯੋਗ ਕਰ ਪਾਉਂਦਾ, ਗੱਲਾਂ ਨੂੰ ਸਮਝਣ ਵਿੱਚ ਉਹਨੂੰ ਕਠਿਨਾਈ ਆਉਂਦੀ ਹੈ, ਹੋਰਨਾਂ ਵਾਂਗ ਵਿਵਹਾਰ ਨਹੀਂ ਕਰ ਸਕਦਾ। ਸਿੱਖਣ ਅਸਮਰੱਥਾ, ਠੀਕ ਹੈ, ਜਿਹੜੀ ਆਪਣੇ ਕੋਲੇ ਨਾੜੀ ਪ੍ਰਣਾਲੀ ਦਾ ਸੁਚਾਰੂ ਰੂਪ ਵਿੱਚ ਮਤਲਬ ਨਾੜੀਆਂ ਦਾ ਸਹੀ ਤਰੀਕੇ ਨਾਲ ਉਹ ਮਤਲਬ ਕੰਮ ਨਹੀਂ ਕਰ ਸਕਦਾ। ਬੋਲਣ, ਲਿਖਣ ਅਤੇ ਪੜ੍ਹਨ ਵਿੱਚ ਕਠਿਨਾਈ ਆਉਂਦੀ ਹੈ ਅਤੇ ਸਧਾਰਨ ਬੱਚਿਆਂ ਵਾਂਗ ਉਹ ਪੜ੍ਹ ਲਿਖ ਨਹੀਂ ਸਕਦਾ ਹੁੰਦਾ। ਅੱਗੇ ਹੁਣ ਆ ਗਿਆ ਆਪਣੇ ਕੋਲ ਇਤਿਹਾਸਿਕ ਅਤੇ ਸਮਲਿਤ ਦਾ ਇਤਿਹਾਸਿਕ ਪਰਿਪੇਖ ਕੀ ਆ, ਅਸਮਰੱਥਾ ਅਤੇ ਸਮਲਿਤ ਦਾ ਇਤਿਹਾਸਿਕ ਪਰਿਪੇਖ, ਮਤਲਬ ਆਪਾਂ ਹਿਸਟੋਰੀਕਲ ਪਰਸਪੈਕਟਿਵ ਪੜ੍ਹਾਂਗੇ ਕਾਹਦਾ, ਡਿਸਏਬਿਲਿਟੀ ਦਾ ਅਤੇ ਇਨਕਲੂਜਨ ਦਾ, ਠੀਕ ਹੈ। ਵਿਸ਼ੇਸ਼ ਬਾਲਕਾਂ ਦੀ ਸਿੱਖਿਆ ਸਿਖਲਾਈ ਅਤੇ ਉਹਨਾਂ ਦੇ ਪੁਨਰਵਾਸ ਦਾ ਇਤਿਹਾਸ ਕਾਫੀ ਪੁਰਾਣਾ। ਜਿਵੇਂ ਵਿਸ਼ੇਸ਼ ਸਪੈਸ਼ਲ ਬਾਲਕਾਂ ਦੀ ਜਿਹੜੀ ਸਿੱਖਿਆ ਦੀ ਸਿਖਲਾਈ ਆ, ਉਹਨਾਂ ਦਾ ਮਤਲਬ ਰਹਿਣ ਸਹਿਣ ਦਾ ਤਰੀਕਾ ਜਿਹੜਾ ਵੀ ਮਤਲਬ ਉਹਨਾਂ ਨੂੰ ਲਰਨਿੰਗ ਸਿੱਖਿਆ ਦਿੱਤੀ ਹੁੰਦੀ ਉਹ ਬਹੁਤ ਜ਼ਿਆਦਾ ਪੁਰਾਣਾ। ਇਹਨਾਂ ਬਾਲਕਾਂ ਦੀ ਸਿੱਖਿਆ ਪ੍ਰਤੀ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦਾ ਭੂਤਕਾਲ ਅਤੇ ਵਰਤਮਾਨ ਸਮੇਂ ਵਿੱਚ ਵਿਸ਼ੇਸ਼ ਯੋਗਦਾਨ ਨਹੀਂ ਰਿਹਾ, ਵੀ ਮਤਲਬ ਨਾ ਤਾਂ ਇਹਦਾ ਭੂਤਕਾਲ ਦੇ ਵਿੱਚ ਤਾਂ ਨਾ ਹੋਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਕੋਈ ਸਪੈਸ਼ਲ ਜਿਹੜਾ ਯੋਗਦਾਨ ਨਹੀਂ ਹੈਗਾ ਜਿਹੜੀਆਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ, ਠੀਕ ਹੈ ਜੀ। ਤਾਂ ਇਹਨਾਂ ਬਾਲਕਾਂ ਨੂੰ ਵਿਭਿੰਨ ਅਵਸਥਾ ਵਿੱਚੋਂ ਗੁਜ਼ਰਨਾ ਪਿਆ, ਜੋ ਨਿਮਨ। ਪਹਿਲੀ ਅਵਸਥਾ ਦੇ ਵਿੱਚ ਕੀ ਹੁੰਦਾ ਸੀ, ਜਿਵੇਂ ਫਸਟ ਸਟੇਜ ਆ, ਇਸ ਅਵਸਥਾ ਵਿੱਚ ਬਾਲਕਾਂ ਦੇ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਸੀ, ਉਹਨਾਂ ਉੱਪਰ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ, ਉਹਨਾਂ ਨੂੰ ਈਸ਼ਵਰ ਦਾ ਸ਼ਰਾਪ ਅਤੇ ਮਾਤਾ ਪਿਤਾ ਉੱਤੇ ਬੋਝ ਸਮਝਿਆ ਜਾਂਦਾ ਸੀ, ਇਹਨਾਂ ਨੂੰ ਨਿਰਾਰਥਕ ਸਮਝ ਕੇ ਬੁਰੀ ਤਰ੍ਹਾਂ ਬੇਕਾਰ ਅਤੇ ਅਸਮਰੱਥ ਵਾਂਗ ਵਿਵਹਾਰ ਕੀਤਾ ਜਾਂਦਾ ਸੀ। ਪਹਿਲੀ ਅਵਸਥਾ 'ਚ ਇਹ ਸੀਗਾ ਬੇਟਾ, ਉਹਨਾਂ ਦੇ ਨਾਲ ਵਿਵਹਾਰ ਬੁਰਾ ਕੀਤਾ ਜਾਂਦਾ ਸੀ, ਉਹਨਾਂ ਨੂੰ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ਅਤੇ ਉਹਨੂੰ ਇੱਕ ਪਰਮਾਤਮਾ ਦਾ ਸ਼ਰਾਪ ਮੰਨਦੇ ਸੀ ਅਤੇ ਮਾਤਾ ਪਿਤਾ ਆਪਣੇ ਉੱਪਰ ਬੋਝ ਮੰਨਦੇ ਸੀ ਉਹਨਾਂ ਨੂੰ, ਠੀਕ ਹੈ। ਅਤੇ ਉਹਨਾਂ ਨੂੰ ਇਹ ਸਮਝਿਆ ਜਾਂਦਾ ਸੀ ਵੀ ਇਹਨਾਂ ਦਾ ਕੋਈ ਕੰਮ ਨਹੀਂ, ਇਹ ਨਿਰਾਰਥਕ ਨੇ, ਬਿਨਾਰਥਕ ਤੁਰੇ ਫਿਰਦੇ, ਕੋਈ ਕੰਮ ਨਹੀਂ, ਬੁਰੀ ਤਰ੍ਹਾਂ ਸਮਝ ਕੇ ਉਹਨਾਂ ਨੂੰ ਵਿਵਹਾਰ ਉਹਨਾਂ ਦਾ ਕੀ ਕੀਤਾ ਜਾਂਦਾ, ਅਸਮਰੱਥਾ ਵਾਂਗ ਆਪਾਂ ਉਹਨੂੰ ਡਿਕਲੇਅਰ ਕਰ ਦਿੰਦੇ ਸੀ, ਠੀਕ ਹੈ। ਵਿਚਕਾਰਲੀ ਅਵਸਥਾ ਜਿਹਨੂੰ ਆਪਾਂ ਸੈਕਿੰਡ ਸਟੇਜ ਬੋਲਦੇ ਹਾਂ, ਇਸ ਅਵਸਥਾ ਵਿੱਚ ਇਹਨਾਂ ਨੂੰ ਮਾਤਾ ਪਿਤਾ ਅਤੇ ਹੋਰਨਾਂ ਦੀ ਸੁਰੱਖਿਆ ਦਿੱਤੀ ਗਈ। ਫਿਰ ਇਸ ਸੈਕਿੰਡ ਅਵਸਥਾ ਦੇ ਵਿੱਚ ਬੇਟਾ ਉਹਨਾਂ ਨੂੰ ਮਾਤਾ ਪਿਤਾ ਅਤੇ ਦੂਜਿਆਂ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ। ਇਹਨਾਂ ਬਾਲਕਾਂ ਨੂੰ ਵਿਕਾਰ ਅਤੇ ਕਿਰਪਾ ਦੇ ਪਾਤਰ ਮੰਨਿਆ ਜਾਂਦਾ ਸੀ। ਇਹ ਮੰਨਿਆ ਜਾਂਦਾ ਸੀ ਕਿ ਜਦੋਂ ਤੱਕ ਜੀਵਤ ਰਹਿਣਗੇ ਇਹਨਾਂ ਦੀ ਦੇਖਭਾਲ ਕਰਨੀ ਪਊ, ਮਤਲਬ ਇਹ ਸਮਝਦੇ ਸੀ ਵੀ ਇਹਨਾਂ ਦੀ ਦੇਖਭਾਲ ਕਰਨੀ ਪੈਂਦੀ ਇੱਦਾਂ ਦੇ ਬੱਚਿਆਂ ਦੀ, ਇਸ ਲਈ ਇਹਨਾਂ ਦੀ ਸਿੱਖਿਆ ਲਈ ਵਿਸ਼ੇਸ਼ ਯਤਨ ਨਹੀਂ ਕੀਤੇ ਗਏ। ਅੰਤਿਮ ਅਵਸਥਾ ਥਰਡ ਸਟੇਜ, ਇਸ ਅਵਸਥਾ ਵਿੱਚ ਇਹਨਾਂ ਬਾਲਕਾਂ ਦੀ ਸਿੱਖਿਆ ਲਈ ਯਤਨ ਕੀਤੇ ਗਏ ਸੀਗੇ। ਉਹਨਾਂ ਦੇ ਵਿਸ਼ੇ ਦੇ ਵਿੱਚ ਇਹ ਵਿਚਾਰ ਕੀਤਾ ਗਿਆ ਸੀ ਕਿ ਸਧਾਰਨ ਸਿੱਖਿਆ ਕੇਂਦਰਾਂ ਵਿੱਚ ਸਿੱਖਿਆ ਪ੍ਰਾਪਤ ਕਰਨ ਯੋਗ ਨਹੀਂ ਹਨ, ਵੀ ਸਧਾਰਨ ਸਿੱਖਿਆ ਕੇਂਦਰਾਂ ਦੇ ਵਿੱਚ ਇਹ ਸਿੱਖਿਆ ਨਹੀਂ ਪ੍ਰਾਪਤ ਕਰ ਸਕਦੇ, ਮਤਲਬ ਇਹਨਾਂ ਲਈ ਸਪੈਸ਼ਲ ਸਿੱਖਿਆ ਦਾ ਪ੍ਰਬੰਧ ਕਰਨਾ ਪਊ। ਇਸ ਲਈ ਦੇਸ਼ ਵਿੱਚ ਪਹਿਲੀ ਵਾਰੀ ਵਿਸ਼ੇਸ਼ ਸਿੱਖਿਆ ਦੇਣ ਲਈ ਸਕੂਲ ਅਤੇ ਸਿੱਖਿਆ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ। ਇਹਨਾਂ ਸੰਸਥਾਵਾਂ ਦਾ ਉਦੇਸ਼ ਇਹਨਾਂ ਬਾਲਕਾਂ ਨੂੰ ਸਿੱਖਿਆ ਅਤੇ ਸਿਖਲਾਈ ਦੇਣਾ ਸੀ, ਮਤਲਬ ਇਸ ਤਰ੍ਹਾਂ ਦੇ ਬਾਲਕਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀਗੀ, ਠੀਕ ਹੈ। ਇਸ ਪ੍ਰਕਾਰ ਵਿਸ਼ੇਸ਼ ਸਿੱਖਿਆ ਦੇ ਪ੍ਰਸਾਰ ਦਾ ਇਤਿਹਾਸ ਬਹੁਤ ਪੁਰਾਣਾ ਹੈ।
ਪ੍ਰਾਚੀਨ ਰੋਮ, ਜਿਵੇਂ ਪ੍ਰਾਚੀਨ ਦੇ ਵਿੱਚ ਗੱਲ ਕਰੀਏ ਰੋਮ ਤੇ ਯੂਨਾਨ ਦੇ ਖੋਜ ਕਰਤਾ ਅਤੇ ਮਾਹਰਾਂ ਨੇ ਅਪਾਹਿਜ ਬੱਚਿਆਂ ਦੀ ਦੇਖਭਾਲ ਅਤੇ ਉਹਨਾਂ ਦੇ ਜੀਵਨ ਨੂੰ ਬਚਾਉਣ ਲਈ ਕੁਝ ਸਹਾਇਕ ਕੁਝ ਉਪਰਾਲੇ ਕੀਤੇ ਆ। ਕਿਹਨੇ? ਰੋਮ ਤੇ ਯੂਨਾਨ ਸ਼ਹਿਰ ਨੇ, ਦੇਸ਼ ਨੇ। ਕਲਾ, ਹੁਨਰ ਅਤੇ ਵਿੱਦਿਆ ਰਾਹੀਂ ਜਾਗਰੂਕਤਾ ਪੈਦਾ ਕੀਤੀ, ਵੀ ਕਲਾ ਕੋਈ ਨਾ ਕੋਈ ਕੰਮ ਕਰਕੇ ਦਿਖਾਉਣਾ, ਵਿੱਦਿਆ ਰਾਹੀਂ ਉਹਨਾਂ 'ਚ ਜਾਗਰੂਕਤਾ ਪੈਦਾ ਕਰਨ ਦੇ ਯਤਨ ਤੇ ਲੋਕਾਂ ਦੇ ਵਿਵਹਾਰ ਵਿੱਚ ਥੋੜ੍ਹੀ ਜਿਹੀ ਤਬਦੀਲੀ ਲਿਆਂਦੀ ਸੀ। ਇਹ ਕਾਰਜ 18ਵੀਂ ਸਦੀ ਦੇ ਅੰਤ ਤੇ 19ਵੀਂ ਸਦੀ ਦੇ ਸ਼ੁਰੂ ਤੱਕ ਚੱਲਿਆ ਸੀ। 20ਵੀਂ ਸਦੀ ਵਿੱਚ ਨਵੇਂ ਵਿਚਾਰਾਂ ਕਾਰਨ ਅਸਮਰੱਥ ਬੱਚਿਆਂ ਦੀ ਸਿੱਖਿਆ ਦੇ ਯਤਨ ਸ਼ੁਰੂ ਹੋ ਗਏ। ਠੀਕ ਹੈ, ਹੁਣ ਉਹਨਾਂ ਨੂੰ ਆਮ ਬੱਚਿਆਂ ਵਾਂਗ ਹੀ ਸਮਝਿਆ ਜਾਣ ਲੱਗਿਆ। ਇਹਨਾਂ ਦੀਆਂ ਕੁਝ ਵਿਸ਼ੇਸ਼ ਲੋੜਾਂ ਹੁੰਦੀਆਂ ਨੇ, ਇਹਨਾਂ ਨੂੰ ਸਮਾਜ ਵਿੱਚ ਹੋਰ ਲੋਕਾਂ ਵਾਂਗ ਸਿੱਖਿਆ ਪ੍ਰਾਪਤੀ, ਭਾਗੀਦਾਰੀ, ਸਹਿਯੋਗ ਦੇ ਸਮਾਨ ਮੌਕੇ, ਸਾਰੇ ਮਤਲਬ ਇੱਕੋ ਜਿਹਾ ਵਰਕ ਆ ਜਿਹੜਾ 20ਵੀਂ ਸਦੀ ਦੇ ਵਿੱਚ ਸ਼ੁਰੂ ਕਰਤਾ ਸੀ। ਵਿਸ਼ੇਸ਼ ਸਿੱਖਿਆ ਦੇ ਇਤਿਹਾਸ ਦੀਆਂ ਜੜ੍ਹਾਂ 19ਵੀਂ ਸਦੀ ਵਿੱਚ ਅਮਰੀਕਾ ਅਤੇ ਯੂਰਪ ਵਿੱਚ ਹੀ ਪਾਈਆਂ ਗਈਆਂ ਨੇ। ਇਸ ਤੋਂ ਪਹਿਲਾਂ ਅਜਿਹੇ ਬੱਚਿਆਂ ਨੂੰ ਅਸਵੀਕਾਰ ਕਰਕੇ ਹਮਦਰਦੀ ਨਾਲ ਦੇਖਭਾਲ ਕਰਨ ਤੇ ਸਿੱਖਿਆ ਤੋਂ ਇਨਕਾਰ ਕੀਤਾ ਜਾਂਦਾ ਸੀ। ਠੀਕ ਹੈ, ਵਿਸ਼ੇਸ਼ ਸਿੱਖਿਆ ਦੇ ਜਨਮਦਾਤੇ ਮੁੱਢਲੇ ਰੂਪ ਵਿੱਚ ਯੂਰਪ ਦੇ ਚਿਕਿਤਸਕ ਸਨ, ਜਿਹੜੇ ਮੰਦਬੁੱਧੀ ਬੱਚਿਆਂ ਬਾਰੇ ਚਿੰਤਾ, ਮਤਲਬ ਕਿ ਜ਼ਿਆਦਾਤਰ ਉਹ ਮੰਦਬੁੱਧੀ ਬੱਚਿਆਂ ਬਾਰੇ ਚਿੰਤਾ ਕਰਦੇ ਸੀਗੇ। ਇਸ ਖੇਤਰ ਵਿੱਚ ਵੱਡੇ ਵੱਡੇ ਚਿਕਿਤਸਕ ਆ ਗਏ, ਮਾਹਿਰ ਆ ਗਏ, ਸਿੱਖਿਆ ਅਧਿਕਾਰੀ ਆ ਗਏ। ਠੀਕ ਹੈ, ਉਹਨਾਂ ਨੇ ਸਾਰਿਆਂ ਨੇ ਇਹਦੇ ਵਿਕਾਸ ਵਿੱਚ, ਸਿੱਖਿਆ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ ਸੀਗਾ। ਇਸ ਲਈ ਕੁਝ ਨਿਮਨਲਿਖਤ ਵਿਧਾਨਾਂ ਨੇ ਜਿਹੜਾ ਸਹਿਯੋਗ ਦਿੱਤਾ ਸੀ, ਜਿਵੇਂ ਆਪਣੇ ਕੋਲੇ ਪੈਡਰੋ ਬੋਸਡੀ ਨੇ, ਲਿਓਨ ਨੇ ਕੀ ਕਿਹਾ ਸੀਗਾ, ਇੱਕ ਸਪੈਸ਼ਲਿਸਟ ਸੀਗਾ ਜਿਹਨੇ 1555 ਦੇ ਵਿੱਚ ਬੋਲੇ, ਜਿਹੜੇ ਬਹਿਰੇ ਬੋਲੇ ਜਿਨ੍ਹਾਂ ਨੂੰ ਸੁਣਦਾ ਨਹੀਂ ਹੁੰਦਾ ਸੀਗਾ, ਬਾਲਕਾਂ ਦੇ ਇੱਕ ਗਰੁੱਪ ਨੂੰ ਸਿੱਖਿਆ ਦੇ ਵਿਸ਼ਿਆਂ ਨੂੰ ਪੜ੍ਹਨ, ਲਿਖਣ ਅਤੇ ਬੋਲਣਾ ਸਿਖਾਇਆ ਸੀਗਾ। ਠੀਕ ਹੈ, ਦੂਜਾ ਸੀਗਾ ਜੋਨ ਪੈਲੋਬੋਨੇਟ ਨੇ ਕੀ ਕੀਤਾ ਸੀ, 1620 ਈਸਵੀ ਵਿੱਚ ਜਿਹੜੇ ਬੋਲੇ ਬੱਚੇ ਸੀਗੇ, ਇੱਕ ਕਹਿੰਦਾ ਉਹਨਾਂ ਲਈ ਕਿਤਾਬ ਲਿਖੀ ਸੀ ਜਿਹਦਾ ਪ੍ਰਯੋਗ ਅੱਜ ਤੱਕ ਕੀਤਾ ਜਾਂਦਾ। ਇੰਗਲੈਂਡ ਵਿੱਚ ਸਨ 1644 ਈਸਵੀ ਵਿੱਚ ਜਾਨ ਬੁਲਵਰ ਨੇ ਬੋਲੇ ਬੱਚਿਆਂ ਦੀ ਸਿੱਖਿਆ ਉੱਤੇ ਇੱਕ ਜਿਹੜੀ ਬੁੱਕ ਆ ਜਿਹੜੀ ਪ੍ਰਕਾਸ਼ਿਤ ਕੀਤੀ ਸੀ। ਇਸ ਤੋਂ ਬਾਅਦ ਕਹਿੰਦੇ 1680 ਈਸਵੀ ਦੇ ਵਿੱਚ ਜਾਰਜ ਡਾਲਗੋਰਨੋ ਨੇ ਗੂੰਗੇ ਅਤੇ ਬੋਲੇ ਬੱਚਿਆਂ ਲਈ ਲੋਕਾਂ ਦਾ ਅਧਿਆਪਕ ਇੱਕ ਬੁੱਕ ਆ ਜਿਹੜੀ ਮਤਲਬ ਲਾਂਚ ਕੀਤੀ ਸੀ, ਜਿਹਦੇ ਵਿੱਚ ਉਹਨੇ ਮਤਲਬ ਵਿਧੀਆਂ ਦਾ ਵਿਕਾਸ ਕੀਤਾ ਸੀ ਵੀ ਕਿਸ ਤਰੀਕੇ ਨਾਲ ਮਤਲਬ ਇਹਨਾਂ ਨੂੰ ਪੜ੍ਹਾਇਆ ਜਾਵੇ। JMG ਇਟਾਇਡ ਨੇ ਕੀ ਕਿਹਾ ਸੀਗਾ, ਫਰਾਂਸ ਦੇ ਪਹਿਲੇ ਮਾਹਿਰ ਚਿਕਿਤਸਕ ਸੀਗੇ ਜਿਹੜੇ ਜਿਨ੍ਹਾਂ ਨੂੰ ਖੋਜਾਤਮਕ ਵਿਧੀਆਂ ਦਾ ਜਨਮ, ਮਤਲਬ ਕਿ ਖੋਜ ਕਰਨ ਵਾਲੀਆਂ ਵਿਧੀਆਂ ਦਾ ਜਨਮਦਾਤਾ ਕਿਹਾ ਸੀ। ਵਿਵਹਾਰ ਪਰਿਵਰਤਨ ਵਿਧੀਆਂ ਦਾ ਖੋਜ ਕਰਤਾ, ਪਹਿਲਾ ਭਾਸ਼ਾ ਮਾਹਿਰ, ਵਿਸ਼ੇਸ਼ ਬੱਚਿਆਂ ਦੇ ਲਈ ਮੌਖਿਕ ਸਿੱਖਿਆ ਦਾ ਜਨਮਦਾਤਾ, ਮੰਦਬੁੱਧੀ ਬੱਚਿਆਂ ਦੇ ਵਿਕਾਸ ਦੇ ਵਿੱਚ ਅਪਾਹਿਜ ਬੱਚਿਆਂ ਨੂੰ ਵਿਸ਼ੇਸ਼ ਸਿੱਖਿਆ ਦੇਣ ਲਈ ਮੋਢੀ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਇਹਨੂੰ। ਜਿਵੇਂ ਆਪਣੇ ਕੋਲੇ ਸੀਗਵੈਨ ਸੀਗਾ, ਕਹਿੰਦੇ ਮੰਦਬੁੱਧੀ ਬੱਚਿਆਂ ਦੇ ਮਹਾਨ ਅਧਿਆਪਕ ਦੇ ਰੂਪ ਵਿੱਚ ਜਾਣਿਆ ਜਾਂਦਾ, ਜਿਸ ਨੇ ਇਟਾਇਡ ਤੋਂ ਪ੍ਰੇਰਨਾ ਲੈ ਕੇ 1837 ਵਿੱਚ ਮੰਦਬੁੱਧੀ ਬੱਚਿਆਂ ਲਈ ਅਧਿਆਪਨ ਸੰਸਥਾ ਦੀ ਸਥਾਪਨਾ ਕੀਤੀ ਸੀ। 1846 ਦੇ ਵਿੱਚ ਇੱਕ ਮੂਰਖਤਾ ਅਤੇ ਇਸਦਾ ਸਰੀਰਕ ਵਿਧੀਆਂ ਦੁਆਰਾ ਇਲਾਜ ਪੁਸਤਕ ਵੀ ਰਚੀ ਸੀਗੀ, ਜਿਹਨੂੰ ਮਤਲਬ ਬੱਚਿਆਂ ਦਾ ਸਰੀਰਕ, ਆਤਮਿਕ ਅਤੇ ਨੈਤਿਕ ਰੂਪ ਵਿੱਚ ਮਤਲਬ ਉੰਨਤ ਬਣਾਉਣਾ ਸੀ ਬੱਚਿਆਂ ਨੂੰ। ਠੀਕ ਹੈ, ਇਸ ਤਰ੍ਹਾਂ ਬਹੁਤ ਸਾਰੀਆਂ ਵਿਧੀਆਂ ਦੀ ਮਤਲਬ ਕਿ ਉਹ ਕੀਤਾ ਗਿਆ ਸੀ, ਆਧਾਰ ਬਣੀ ਸੀਗੀ JMG ਰਿਟਾਇਰਡ। ਠੀਕ ਹੈ, ਅੱਗੇ ਹੈਗਾ ਆਪਣੇ ਕੋਲ ਗਲੈਂਡਰ ਦਾ ਜਿਹੜਾ ਸਮਾਂ ਸੀਗਾ ਉਹ 1787 ਤੋਂ ਲੈ ਕੇ 1852 ਤੱਕ ਚੱਲਿਆ ਸੀ। ਕਹਿੰਦੇ ਇਹਦੇ ਵਿੱਚ ਫਰਾਂਸ ਵਿਧੀ ਦੁਆਰਾ ਕਹਿੰਦੇ ਸੁਣਨ ਵਾਲੇ ਜਿਹੜੇ ਮਤਲਬ ਵਾਂਝੇ ਬਾਲਕ ਸੀਗੇ ਦੀ ਸਿੱਖਿਆ ਦਾ ਆਰੰਭ ਕੀਤਾ ਗਿਆ ਸੀ ਵੀ। ਠੀਕ ਹੈ, 1847 ਈਸਵੀ ਵਿੱਚ ਗਲੈਂਡਰ ਨੇ ਅਪਾਹਿਜ ਵਾਂਝੇ ਜਾਂ ਜਿਹੜੇ ਬੱਚੇ ਸੀ ਸਿੱਖਿਆ ਲਈ ਸੰਸਥਾ ਦੀ ਸਥਾਪਨਾ ਕੀਤੀ। ਇਸ ਨੂੰ ਅੱਜ ਕੱਲ੍ਹ ਅਮੈਰੀਕਨ ਸਕੂਲ ਦੇ ਨਾਮ ਨਾਲ ਜਾਣਿਆ ਜਾਂਦਾ। ਅਗਲੇ ਸਾਲਾਂ ਵਿੱਚ ਬੋਲਿਆਂ ਲਈ ਨਿਊਯਾਰਕ ਵਿੱਚ ਵੀ ਸਕੂਲ ਆਰੰਭ ਕੀਤਾ ਗਿਆ, ਜਿਹੜਾ 1863 ਈਸਵੀ ਵਿੱਚ ਤੱਕ ਅਮਰੀਕਾ ਵਿੱਚ 22 ਸਕੂਲ ਸਥਾਪਿਤ ਹੋ ਗਏ। ਅਮਰੀਕਾ ਵਿੱਚ 1863 ਈਸਵੀ ਤੱਕ ਕਿੰਨੇ ਸਕੂਲ ਸਥਾਪਿਤ ਹੈ ਇਸ ਤਰ੍ਹਾਂ ਦੇ ਬੱਚਿਆਂ ਦੇ ਲਈ? 22 ਸਕੂਲ। ਬੋਲੇ ਅਤੇ ਜਿਹੜੇ ਗੂੰਗੇ ਬਾਲਕਾਂ ਦੀ ਸਿੱਖਿਆ ਤੋਂ ਬਾਅਦ ਅੰਨੇ ਬਾਲਕਾਂ ਦੀ ਸਿੱਖਿਆ ਵੀ ਯੂਰਪ ਵਿੱਚ ਵੈਲੈਂਟਿਨ ਹੈਨੀ ਨੇ, ਇੱਕ ਫਰਾਂਸੀਸੀ ਸਮਾਜਿਕ ਕਾਰਜਕਰਤਾ ਨੇ ਮਤਲਬ ਦੁਆਰਾ ਆਰੰਭ ਕੀਤੀ ਗਈ ਸੀ। ਅਤੇ 1784 ਦੇ ਵਿੱਚ ਦੇਖਣ ਤੋਂ ਆਸਮਰੱਥ ਬਾਲਕ ਸੀਗੇ, ਉਹਨਾਂ ਵਿੱਚ ਪੈਰਿਸ ਵਿੱਚ ਇੱਕ ਰਾਸ਼ਟਰੀ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ। ਇੱਕ ਸਮਲਿਤ ਸਕੂਲ ਸੀਗਾ ਅਤੇ ਇਸ ਦੀ ਸਫਲਤਾ ਦੇ ਅਗਲੇ 15 ਸਾਲਾਂ ਵਿੱਚ ਇਸ ਪ੍ਰਕਾਰ ਦੇ 7 ਸਕੂਲਾਂ ਨੂੰ ਯੂਰਪ ਵਿੱਚ ਹੋਰ ਸਥਾਪਿਤ ਕੀਤਾ ਗਿਆ ਸੀ। ਠੀਕ ਹੈ, ਅਤੇ ਜਿਹੜੇ ਅੰਨੇ ਬੱਚਿਆਂ ਨੂੰ ਉਂਗਲੀਆਂ ਨਾਲ ਪੜ੍ਹਾਉਣ ਦੇ ਲਈ ਉੱਭਰੇ ਹੋਏ ਅੱਖਰਾਂ ਦਾ ਵਿਕਾਸ ਉਂਗਲੀਆਂ ਨਾਲ ਪੜ੍ਹਾਇਆ ਜਾਂਦਾ ਸੀ ਵੀ ਉਹਦੇ ਵਿੱਚ ਨਾ ਕੀ ਕਰਦੇ ਸੀ ਰਾਜੇ ਵੀ ਅੱਖਰ ਥੋੜ੍ਹੇ ਉਭਾਰ ਕੇ ਲਿਖ ਲੈਂਦੇ ਸੀ ਬਾਹਰ ਨੂੰ, ਜਿਵੇਂ ਕਿਸੇ ਸ਼ੇਪ 'ਚ ਬਣਾ ਲਏ। ਉੱਥੋਂ ਉਹਨਾਂ ਨੂੰ ਸਿਖਾਇਆ ਜਾਂਦਾ ਸੀਗਾ ਵੀ ਇਹਨੂੰ ਏਕਾ ਕਹਿੰਦੇ ਆ, ਇਹਨੂੰ ਦੂਆ ਕਹਿੰਦੇ, ਇਹਨੂੰ ਤੀਆ ਕਹਿੰਦੇ ਆ, ਜਾਂ ਇਹਨੂੰ ਊੜਾ ਕਹਿੰਦੇ ਨੇ, ਜਾਂ ਇਹਨੂੰ ਆੜਾ ਕਹਿੰਦੇ ਨੇ। ਠੀਕ ਹੈ, ਉਹਨਾਂ ਨੇ ਅੰਨੇ ਬੱਚਿਆਂ ਲਈ ਪਹਿਲੀ ਪੁਸਤਕ ਪ੍ਰਿੰਟ ਕੀਤੀ ਸੀ। ਅੰਨੇ ਬਾਲਕਾਂ ਦੀ ਸਿੱਖਿਆ ਦੇ ਇਤਿਹਾਸ ਵਿੱਚ ਲੂਇਸ ਬਰੇਲ ਦਾ ਵੀ ਮਹਾਨ ਯੋਗਦਾਨ ਹੈ। ਉਹ ਬਚਪਨ ਵਿੱਚ ਦੁਰਘਟਨਾ ਹੋਣ ਦੇ ਕਾਰਨ ਦੇਖਣ ਤੋਂ ਅਸਮਰੱਥ ਹੋ ਗਿਆ ਸੀਗਾ। ਬਚਪਨ ਵੀ ਦੁਰਘਟਨਾ ਹੋ ਗਈ ਸੀ ਵੀ ਉਹਦੇ ਵਿੱਚ ਵੀ ਉਹ ਮਤਲਬ ਦੇਖ ਨਹੀਂ ਸਕਦਾ ਸੀ। ਉਸਨੇ ਅੰਨੇ ਬਾਲਕਾਂ ਦੀ ਪੜ੍ਹਾਈ ਅਤੇ ਲਿਖਾਈ ਦੇ ਲਈ ਇੱਕ ਕ੍ਰਾਂਤੀਕਾਰੀ ਤਕਨੀਕ ਦਾ ਵਿਕਾਸ ਕੀਤਾ। ਬਰੇਲ ਵਿਧੀ ਬਾਲਕਾਂ ਦੇ ਲਈ ਵਰਦਾਨ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਅੱਜ ਵੀ ਕੀ ਹੈ ਪ੍ਰਭਾਵਸ਼ਾਲੀ ਵਿਧੀ ਹੈ ਦੇ ਰੂਪ ਵਿੱਚ ਪ੍ਰਚਲਿਤ ਹੈ। ਬਰੇਲ ਪ੍ਰਿੰਟਿੰਗ ਪ੍ਰੈਸ ਦੀ ਸਥਾਪਨਾ ਸੰਨ 1932 ਵਿੱਚ ਕੀਤੀ ਗਈ ਸੀਗੀ। ਇਸ ਤੋਂ ਬਾਅਦ ਡੈਕਰੋਲ ਨੇ 20ਵੀਂ ਸਦੀ ਦੇ ਆਰੰਭ ਵਿੱਚ ਕਹਿੰਦੇ ਮਾਨਸਿਕ ਮੰਦਤਾ ਬਾਲਕਾਂ ਦੀ ਸਿੱਖਿਆ ਲਈ ਪਾਠਕ੍ਰਮ ਬਣਾਇਆ
ਤੇ ਜਿਹਦੇ ਵਿੱਚ ਅਨੇਕਾਂ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ, ਜਿਵੇਂ ਅਮਰੀਕਾ ਵਿੱਚ ਵਿਭਿੰਨ ਸੰਸਥਾਵਾਂ ਸੀਗੀਆਂ। ਅਮੈਰੀਕਨ ਐਸੋਸੀਏਸ਼ਨ ਫਾਰ ਇੰਸਟਰਕਸ਼ਨ ਆਫ ਦਾ ਬਲਾਈਂਡ, ਅਮੈਰੀਕਨ ਐਸੋਸੀਏਸ਼ਨ ਔਨ ਦਾ ਮੈਂਟਲ ਡੈਫੀਸ਼ੀਐਂਸੀ, ਐਸੋਸੀਏਸ਼ਨ ਫਾਰ ਦਾ ਪ੍ਰੀਵੈਂਸ਼ਨ ਆਫ ਦਾ ਬਲਾਈਂਡਨੈਸ। ਇਸ ਤਰ੍ਹਾਂ ਦੀ ਬਹੁਤ ਸਾਰੀਆਂ ਮਤਲਬ ਐਸੋਸੀਏਸ਼ਨ ਦਾ ਕੀ ਕੀਤਾ ਗਿਆ ਸੀ, ਪ੍ਰਬੰਧ ਕੀਤਾ ਗਿਆ ਸੀ। ਅੱਗੇ ਰਾਜੇ ਆਪਣੇ ਕੋਲ ਆ ਗਿਆ ਪ੍ਰਾਚੀਨ ਭਾਰਤ ਵਿੱਚ ਵਿਸ਼ੇਸ਼ ਸਿੱਖਿਆ ਦਾ ਵਿਕਾਸ। ਕਹਿੰਦੇ ਰਮਾਇਣ ਅਤੇ ਮਹਾਭਾਰਤ ਕਾਲ ਦੌਰਾਨ ਆਸ਼ਰਮਾਂ ਵਿੱਚ ਰਿਸ਼ੀਆਂ ਦੁਆਰਾ ਵਿਵਸਾਇਕ ਸਿੱਖਿਆ ਦਿੰਦਾ, ਮਤਲਬ ਕਿ ਪਹਿਲਾਂ ਜੇ ਮਹਾਭਾਰਤ ਜਾਂ ਰਮਾਇਣ ਦੇ ਦੌਰਾਨ ਦੀ ਗੱਲ ਕਰੀਏ ਵੀ ਆਸ਼ਰਮਾਂ ਵਿੱਚ ਹੀ ਵੀ ਰਿਸ਼ੀਆਂ ਦੁਆਰਾ ਮਤਲਬ ਸਿੱਖਿਆ ਦਿੱਤੀ ਜਾਂਦੀ ਸੀਗੀ। ਪਰੰਤੂ ਇਸ ਗੱਲ ਦਾ ਕਿਤੇ ਵੀ ਉਲੇਖ ਨਹੀਂ ਮਿਲਦਾ ਕਿ ਸਰੀਰਕ ਦਾ ਜਾਂ ਮਾਨਸਿਕ ਵਿਕਾਸ ਤੇ ਬਾਲਕਾਂ ਲਈ ਸਿੱਖਿਆ ਦਾ ਕੋਈ ਪ੍ਰਬੰਧ ਸੀ। ਕੇਵਲ ਇੱਕ ਉਦਾਹਰਨ ਰਿਸ਼ੀ ਅਸ਼ਟਵਾਕਰ ਦੀ ਹੈ, ਜਿਸ ਦਾ ਸਰੀਰ 8 ਸਥਾਨਾਂ ਤੋਂ ਟੇਢਾ ਸੀ, ਪਰੰਤੂ ਫਿਰ ਵੀ ਉਹਨਾਂ ਵੇਦਾਂ ਦਾ ਚੰਗਾ ਗਿਆਤਾ ਸੀ। ਠੀਕ ਹੈ, ਮਤਲਬ ਇਹਦੇ ਵਿੱਚ ਇਹ ਕਿ ਗੱਲ ਕਿਤੇ ਵੀ ਉਲੇਖ ਨਹੀਂ ਮਿਲਦਾ ਵੀ ਇਸ ਚੀਜ਼ ਦਾ ਕਿ ਸਰੀਰਕ ਜਾਂ ਮਾਨਸਿਕ ਵਿਕਾਸ ਵਾਲੇ ਬਾਲਕਾਂ ਲਈ ਸਿੱਖਿਆ ਦਾ ਵੀ ਉੱਥੇ ਕੋਈ ਪ੍ਰਬੰਧ ਸੀਗਾ। ਕੇਵਲ ਇੱਕ ਉਦਾਹਰਨ ਆ ਗਈ ਰਿਸ਼ੀ ਅਸ਼ਟਵਾਕਰ ਦੀ ਹੀ ਹੈ, ਜਿਸ ਦਾ ਸਰੀਰ 8 ਸਥਾਨਾਂ ਤੋਂ ਟੇਢਾ ਸੀ। 8 ਸਥਾਨਾਂ ਮਤਲਬ ਕਿ ਉਹਦਾ ਸਰੀਰ ਕੀ ਸੀਗਾ ਵੀ 8 ਜਗ੍ਹਾ ਤੋਂ ਟੇਢਾ ਸੀਗਾ, ਪਰੰਤੂ ਫਿਰ ਵੀ ਉਹ ਵੇਦਾਂ ਦਾ ਚੰਗਾ ਗਿਆਤਾ ਸੀ, ਪਰ ਉਹਨੂੰ ਵੇਦਾਂ ਦਾ ਬਹੁਤ ਗਿਆਨ ਸੀ। ਬੁੱਧ ਅਤੇ ਜੈਨ ਧਰਮ ਦੇ ਸਮੇਂ ਦੇ ਦੌਰਾਨ ਸਿੱਖਿਆ ਮੱਠਾਂ ਵਿੱਚ ਦਿੱਤੀ ਜਾਂਦੀ ਸੀਗੀ। ਠੀਕ ਹੈ, ਅਤੇ ਨਾਲੰਦਾ ਅਤੇ ਤਕਸ਼ੀਲਾ ਵਰਗੀਆਂ ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਲੋਕ ਵੀ ਸਿੱਖਿਆ ਗ੍ਰਹਿਣ ਕਰਨ ਆਉਂਦੇ ਸੀਗੇ, ਪਰੰਤੂ ਇੱਥੇ ਵੀ ਵਿਸ਼ੇਸ਼ ਬਾਲਕਾਂ ਦੀ ਸਿੱਖਿਆ ਦਾ ਕੋਈ ਖਾਸ ਪ੍ਰਬੰਧ ਨਹੀਂ ਸੀਗਾ। ਅੱਗੇ ਆ ਕੇ ਆਪਣੇ ਕੋਲ ਸਮਕਾਲੀਨ ਭਾਰਤੀ ਸਥਿਤੀ, ਕੰਟੈਂਪਰੇਰੀ ਇੰਡੀਅਨ ਸਕੈਨਰੀਓ। ਕਹਿੰਦੇ ਸਰੀਰਕ ਰੂਪ ਨਾਲ ਅਪੰਗ ਬਾਲਕਾਂ ਦੀ ਸਿੱਖਿਆ ਦੀ ਸ਼ੁਰੂਆਤ ਹੈ ਜਿਹੜੀ ਆਪਣੇ ਕੋਲੇ 19ਵੀਂ ਸਦੀ ਦੇ ਪਿਛਲੇ 2 ਦਹਾਕਿਆਂ ਵਿੱਚ ਹੋਈ ਸੀ, ਜਦੋਂ ਕੀ ਸੀਗਾ 1885 ਦੇ ਵਿੱਚ ਕਹਿੰਦੇ ਮੁੰਬਈ ਵਿੱਚ ਸੁਣਨ ਤੋਂ ਅਸਮਰੱਥ ਬਾਲਕਾਂ ਲਈ ਪਹਿਲੀ ਸਿੱਖਿਆ ਸੰਸਥਾ ਦੀ ਕੀ ਹੋਈ ਸੀ, ਸਥਾਪਨਾ ਹੋਈ ਸੀ। ਇਹਨਾਂ ਸੰਸਥਾਵਾਂ ਦੇ ਮਾਧਿਅਮ ਨਾਲ ਸਿੱਖਿਆ ਦਾ ਪਹਿਲਾ ਯਤਨ ਸ਼ੁਰੂ ਕੀਤਾ ਗਿਆ ਸੀਗਾ। ਆਜ਼ਾਦੀ ਤੋਂ ਪਹਿਲਾਂ ਦੇ 60 ਸਾਲਾਂ ਵਿੱਚ ਵਿਕਲਾਂਗ ਸਮਸਤ ਬਾਲਕਾਂ ਦੇ ਲਈ ਘੱਟ ਸੰਖਿਆ ਵਿੱਚ ਸਕੂਲ ਸਥਾਪਿਤ ਹੋਏ। ਆਜ਼ਾਦੀ ਤੋਂ ਪਹਿਲਾਂ ਬੇਟਾ ਮਤਲਬ 60 ਸਾਲਾਂ ਦੇ ਵਿੱਚ ਜੇ ਦੇਖੀਏ ਤਾਂ ਆਪਾਂ ਕੋਈ ਵੀ ਜਿਹੜੇ ਸਕੂਲ ਆ ਬਹੁਤ ਘੱਟ ਆ ਜਿਹੜੇ ਸਥਾਪਿਤ ਕੀਤੇ ਗਏ ਸੀ, ਜਿਹੜੇ ਇੱਦਾਂ ਦੇ ਬੱਚੇ ਸੀ ਜਿਨ੍ਹਾਂ ਨੂੰ ਵਿਸ਼ੇਸ਼ ਲੋੜਾਂ ਸੀ। ਵਿਸ਼ੇਸ਼ ਬਾਲਕਾਂ ਦੀ ਸਿੱਖਿਆ ਲਈ ਭਾਰਤ ਸਰਕਾਰ ਨੇ ਇਸ ਦਿਸ਼ਾ ਵਿੱਚ ਕਹਿੰਦੇ ਠੋਸ ਕਾਰਜ ਕੀਤੇ ਆ। ਸੰਨ 1887 ਵਿੱਚ ਅੰਮ੍ਰਿਤਸਰ ਵਿੱਚ ਕਹਿੰਦੇ ਅੰਨੇ ਦੇਖਣ ਤੋਂ ਅਸਮਰੱਥ ਵਿਕਲਾਂਗ ਬਾਲਕਾਂ ਦੇ ਲਈ ਇੱਕ ਪਹਿਲਾ ਸਕੂਲ ਖੋਲ੍ਹਿਆ ਗਿਆ। ਮਹਾਰਾਸ਼ਟਰ ਵਿੱਚ ਸੁਣਨ ਤੋਂ ਅਸਮਰੱਥ ਬਾਲਕਾਂ ਦੇ ਲਈ ਸਭ ਤੋਂ ਵੱਧ ਸਕੂਲ ਖੋਲ੍ਹੇ ਗਏ ਸੀ। ਪਰ ਭਾਰਤ ਪਿਛੜੇ ਹੋਏ ਨਾਗਰਿਕਾਂ ਦੇ ਸਮਾਜਿਕ ਪੱਧਰ ਉੱਚਾ ਉਠਾਉਣ ਲਈ ਉਹਨਾਂ ਦੀ ਭਲਾਈ ਲਈ ਸਮਰਪਿਤ ਹੈ। ਵੀ ਪਛੜੇ ਜਿਹੜੇ ਮਤਲਬ ਕਿ ਬੈਕਵਰਡ ਲੋਕ ਸੀਗੇ ਉਹਨਾਂ ਨੂੰ ਅੱਗੇ ਉਠਾਉਣ ਦੇ ਲਈ ਮਤਲਬ ਸਮਰਪਿਤ ਹੈ। ਭਾਰਤ ਦੇ ਸੰਵਿਧਾਨ ਵਿੱਚ ਪਿਛਲੇ ਸਮੁਦਾਇ ਦੀ ਦੇਖਭਾਲ ਅਤੇ ਸੁਰੱਖਿਆ ਲਈ ਬਹੁਤ ਸਾਰੇ ਯਤਨ ਕੀਤੇ ਗਏ ਆ। 1980 ਈਸਵੀ ਵਿੱਚ ਵਿਕਲਾਂਗ ਅਸਮਰੱਥ ਲਈ ਵਿਸਤ੍ਰਿਤ ਕਾਨੂੰਨ ਬਣਾਉਣ ਦੇ ਲਈ ਸੰਬੰਧ ਮਤਲਬ ਬਹੁਤੀ ਯਤਨ ਹੈ ਜਿਹੜੇ ਕੀਤੇ ਗਏ ਸੀ। 1947 ਈਸਵੀ ਤੋਂ ਬਾਅਦ ਇਸ ਦਿਸ਼ਾ ਵਿੱਚ ਭਾਰਤ ਸਰਕਾਰ ਨੇ ਕਈ ਸ਼ਲਾਘਾਯੋਗ ਯਤਨ ਕੀਤੇ, ਜਿਵੇਂ ਸਕੂਲ 1947 1980 ਅਤੇ ਵਰਤਮਾਨ ਅੰਧ ਵਿਦਿਆਲੇ ਜਿਹੜੇ ਸੀਗੇ ਆਪਣੇ ਕੋਲੇ ਉਹ 32 ਸੀਗੇ 1947 ਦੇ ਵਿੱਚ, ਅਤੇ 80 ਦੇ ਵਿੱਚ 170 ਹੋ ਗਏ ਅਤੇ ਵਰਤਮਾਨ ਹੁਣ 243 ਆ। ਸੁੰਨ ਵਿਦਿਆਲੇ ਜਿਹੜੇ ਆਪਣੇ ਕੋਲੇ ਉਹ ਆਪਣੇ ਕੋਲੇ 35 ਸੀਗੇ 1947 ਦੇ ਵਿੱਚ, 80 ਦੇ ਵਿੱਚ 180 ਹੋ ਗਏ ਅਤੇ ਵਰਤਮਾਨ ਦੇ ਵਿੱਚ 478 ਨੇ। ਅਤੇ ਮਾਨਸਿਕ ਮੰਨਤਾ ਵਿਦਿਆਲੇ ਕਿੰਨੇ ਨੇ? 3 1947 'ਚ ਸੀਗੇ, 80 ਦੇ ਵਿੱਚ 180 ਹੋ ਗਏ, ਇਸ ਤੋਂ ਬਾਅਦ ਵਰਤਮਾਨ ਦੇ ਵਿੱਚ ਕਿੰਨੇ ਨੇ? 600 ਨੇ। ਜਿਹੜੇ ਆਪਣੇ ਕੋਲੇ ਔਟਿਸਟਿਕ ਸਕੂਲ ਉਹ ਕੋਈ ਵੀ ਨਹੀਂ ਹੈਗਾ। ਦਿਮਾਗੀ ਲਕਵਾ ਸਕੂਲ ਆ ਜਿਹੜੇ ਉਹ ਇਸ ਦੀ ਸ਼ੁਰੂਆਤ 1973 ਈਸਵੀ ਵਿੱਚ ਹੋਈ ਅਤੇ ਹੁਣ ਲਗਭਗ 12 ਸਕੂਲ ਇਹਦੇ ਵਿੱਚ ਕੀ ਕਰ ਰਹੇ ਨੇ? ਕੰਮ ਕਰ ਰਹੇ ਨੇ। ਅਤੇ 1968 ਦੇ ਵਿੱਚ ਇੱਕ ਵਿਸ਼ਵ ਸਿਹਤ ਸੰਗਠਨ ਜਿਹਨੂੰ WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਨੇ ਕੁਝ ਭਾਰਤੀ ਮਹਾਨਗਰਾਂ ਦਾ ਸਰਵੇਖਣ ਕਰਕੇ ਸਪਸ਼ਟ ਕੀਤਾ ਕਿ 3% ਬਾਲਕ ਮਾਨਸਿਕ ਰੂਪ ਤੋਂ ਕੀ ਹਨ? ਵਿਕਲਾਂਗ ਹੈ। ਅਤੇ 1965 ਈਸਵੀ ਵਿੱਚ ਮੰਦਬੁੱਧੀ ਬਾਲਕਾਂ ਦੇ ਵਿਕਾਸ ਲਈ ਚੰਡੀਗੜ੍ਹ ਵਿੱਚ ਅਖਿਲ ਭਾਰਤੀ ਮਾਨਸਿਕ ਵਿਕਾਸ ਕਮੇਟੀ ਦਾ ਕੀ ਕੀਤਾ ਗਿਆ ਸੀ? ਗਠਨ ਕੀਤਾ ਗਿਆ। ਅਜਿਹੇ ਬਾਲਕਾਂ ਵੱਲ ਧਿਆਨ ਦੇਣ ਲਈ ਭਾਰਤੀ ਡਾਕ ਵਿਭਾਗ ਨੇ 8 ਦਸੰਬਰ 1974 ਈਸਵੀ ਨੂੰ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਆ, ਅਤੇ ਇਸ ਦਿਨ ਨੂੰ ਮਾਨਸਿਕ ਅਪੰਗ ਦਿਵਸ ਦੇ ਰੂਪ ਵਿੱਚ ਵੀ ਕੀ ਕੀਤਾ ਜਾਂਦਾ ਗਾ? ਮਨਾਇਆ ਜਾਂਦਾ ਗਾ। ਅੱਗੇ ਕੁਛ ਆਪਣੇ ਕੋਲੇ ਮਾਡਲ ਦੀ ਗੱਲ ਕੀਤਾ ਗਾ, ਜਿਵੇਂ ਆਪਣੇ ਕੋਲੇ ਮਾਨਸਿਕ ਮੰਨਤਾ ਕੇਂਦਰੀ ਸੰਸਥਾ ਜਾਂ ਸੂਚਨਾ ਕੇਂਦਰ ਤ੍ਰਿਮਦਨ ਅਤੇ ਅਪੰਗਾਂ ਦੀ ਸਿੱਖਿਆ ਲਈ 3C ਮਾਡਲ ਦਾ ਵਿਕਾਸ ਕੀਤਾ ਸੀਗਾ। ਕੇਰਲਾ ਦੇ ਇਸ ਮਾਡਲ ਦਾ ਉਪਯੋਗ ਸੰਨ 1980 ਵਿੱਚ ਕੀਤਾ ਗਿਆ ਸੀਗਾ। ਠੀਕ ਹੈ, ਅਤੇ ਮਾਡਲ ਦੀਆਂ ਵਿਸ਼ੇਸ਼ਤਾਵਾਂ ਕੀ ਆ? ਆਕਿਰਤੀਆਂ, ਇਹਦੇ ਵਿੱਚ ਆਕਿਰਤੀਆਂ ਮਤਲਬ ਸ਼ੇਪਾਂ ਤਿਆਰ ਕੀਤੀਆਂ ਗਈਆਂ, ਜਿਵੇਂ ਆਇਤ ਤ੍ਰਿਕੋਣ ਆਦਿ ਦੇ ਅਨੁਭਵ ਦੁਆਰਾ ਸਿੱਖਿਆ ਦੇਣਾ। ਅੱਖਰ ਗਿਆਨ ਨਾਲ ਪੂਰਵ ਆਕਿਰਤੀਆਂ ਦੀ ਮਤਲਬ ਅੱਖਰ ਦੇ ਗਿਆਨ ਨਾਲ ਮਤਲਬ ਆਕਿਰਤੀਆਂ ਦੀ ਮਤਲਬ ਜਾਣ ਪਛਾਣ ਕਰਵਾਈ ਜਾਂਦੀ ਸੀ। ਆਕਿਰਤੀਆਂ ਰਾਹੀਂ ਮਨੋ ਸਮਾਜਿਕ ਅਤੇ ਭਾਸ਼ਾ ਅਤੇ ਪਹਿਚਾਣ ਸੰਬੰਧੀ ਗਿਆਨ ਦਾ ਵਿਕਾਸ ਕੀਤਾ ਜਾਂਦਾ। ਇਸ ਉਦੇਸ਼ ਲਈ ਆਕਿਰਤੀਆਂ ਬਣਾਉਣ ਦੀ ਸਿੱਖਿਆ ਕੀ ਹੈ? ਦਿੱਤੀ ਗਈ। ਆਕਿਰਤੀਆਂ ਬਣਾਉਣ ਲਈ ਕੈਂਚੀ, ਕਾਗਜ਼, ਸ਼ਾਰਪਨਰ ਸਮੱਗਰੀ ਦਾ ਪ੍ਰਯੋਗ ਹੋਣ ਲੱਗਿਆ। ਠੀਕ ਹੈ, ਦੇਖਣ, ਛੂਹਣ ਅਤੇ ਸੁੰਘਣ ਦੇ ਗਿਆਨ ਦਾ ਵੀ ਕੀ ਹੋ ਗਿਆ? ਵਿਕਾਸ ਹੋ ਗਿਆ। ਇਸ ਵਿਧੀ ਦੇ ਮਾਧਿਅਮ ਨਾਲ ਅਪੰਗਾਂ ਵਿੱਚ ਵਿਆਪਕਤਾ, ਸਮਰੱਥਾ ਅਤੇ ਰਚਨਾਤਮਕਤਾ ਦਾ ਵਿਕਾਸ ਹੋਇਆ। ਇਸ ਲਈ ਇਸ ਦਾ ਨਾਮ 3C ਮਾਡਲ ਰੱਖਿਆ ਗਿਆ, ਕਿਉਂਕਿ ਇਹਨੂੰ ਕੰਪਰੈਸਿਵ, ਕੰਪੈਸਿਟੀ ਅਤੇ ਕ੍ਰੀਏਟਿਵਿਟੀ ਦੇ ਨਾਮ ਨਾਲ ਕਿਉਂਕਿ ਕ੍ਰੀਏਟ ਵੀ ਕਰਦੇ ਆ, ਕੰਪੈਸਿਟੀ ਯੋਗਤਾ ਵੀ ਬਣਾਉਂਦਾ ਸੀ, ਕੰਪਰੈਸਿਵ ਵੀ ਸੀਗਾ ਇਹ। ਠੀਕ ਹੈ,
ਭਾਰਤੀ ਸੰਵਿਧਾਨ ਦੀ ਧਾਰਾ 16 ਅਤੇ 46 ਅਪਾਹਿਜਾਂ ਦੀ ਸਰੀਰਕ ਤੇ ਮਾਨਸਿਕ ਭਲਾਈ ਤੇ ਸਨਮਾਨ ਨਾਲ ਜ਼ਿੰਦਗੀ ਜਿਉਣ ਦੇ ਪ੍ਰਬੰਧ ਨਾਲ ਕੀ ਹੈਗੀ, ਸੰਬੰਧਿਤ ਹੈਗੀ। ਠੀਕ ਹੈ, ਬਾਕੀ ਬਹੁਤ ਸਾਰੀਆਂ ਚੀਜ਼ਾਂ ਰਾਜੇ ਇਹਦੇ ਵਿੱਚ ਆਈਆਂ ਜਿਵੇਂ ਨਿਯੰਤਰਣ ਕਰਨ ਦੇ ਲਈ। ਬਾਕੀ ਇਹਦੇ ਵਿੱਚ ਕੁਝ ਆ ਖੇਤਰ ਨੇ ਜਿੱਥੇ ਆਪਾਂ ਬੱਚੇ ਸ਼ਾਮਲ ਹੈ, ਦ੍ਰਿਸ਼ਟੀ ਦੋਸ਼ ਵਾਲੇ ਬੱਚੇ ਹੋ ਗਏ, ਸੁਣਨ ਸੰਬੰਧੀ ਦੋਸ਼ ਵਾਲੇ ਬੱਚੇ ਹੋ ਗਏ, ਮੰਦਬੁੱਧੀ ਬੱਚੇ ਹੋ ਗਏ, ਸਿੱਖਣ ਅਸਮਰੱਥਾ ਵਾਲੇ ਬੱਚੇ ਹੋ ਗਏ। ਠੀਕ ਹੈ, ਸਰੀਰਕ ਅਪੰਗਤਾ ਵਾਲੇ ਬੱਚੇ ਹੋ ਗਏ। ਜਿਵੇਂ ਭਾਰਤੀ ਕਲਿਆਣ ਬੋਰਡ ਦੀ ਗੱਲ ਕਰਦੇ ਹਾਂ, ਭਾਰਤੀ ਬਾਲ ਕਲਿਆਣ ਬੋਰਡ ਕੀ ਸੀਗਾ, ਇੰਡੀਅਨ ਚਾਈਲਡ ਜਿਹੜਾ ਵੈਲਫੇਅਰ ਬੋਰਡ ਸੀਗਾ 1952 'ਚ ਲਾਂਚ ਕੀਤਾ ਗਿਆ ਸੀਗਾ ਇਹ, ਜੋ ਵਿਭਿੰਨ ਪ੍ਰਕਾਰ ਦੇ ਅਪੰਗ ਬੱਚਿਆਂ ਦੀ ਸਿੱਖਿਆ ਅਤੇ ਵਿਵਸਾਇਕ ਸਮੱਸਿਆਵਾਂ ਦਾ ਵੀ ਉਹਦੇ ਨਾਲ ਰਿਲੇਟਡ ਸਮੱਸਿਆਵਾਂ ਦਾ ਹੱਲ ਕਰਦਾ ਸੀ ਅਤੇ ਉਹਨਾਂ ਨੂੰ ਸਿੱਖਿਆ ਦਿੰਦਾ ਸੀ। ਅਪੰਗ ਬਾਲਕਾਂ ਲਈ ਕਲਿਆਣਕਾਰੀ ਕੰਮ ਕਰਨ ਦੀ ਦ੍ਰਿਸ਼ਟੀ ਨਾਲ ਇੱਕ ਹੋਰ ਸੰਸਥਾ ਸਮਾਜ ਕਲਿਆਣ ਬੋਰਡ ਵੀ ਅਨੇਕ ਸਹਾਰਨ ਵਾਲੇ ਕੰਮ ਕਰ ਸਕਦੀ ਸੀ। ਉਹ ਬਹੁਤ ਸਾਰੀ ਮਤਲਬ ਸੰਸਥਾਵਾਂ ਹੀ ਸੀਗੀਆਂ ਜਿਹੜੀਆਂ ਇਹਨਾਂ ਦੀ ਮਤਲਬ ਕਿ ਸਿੱਖਿਆ ਦੇ ਲਈ ਚਲਾਈਆਂ ਗਈਆਂ ਸੀ। ਠੀਕ ਹੈ, ਅੱਗੇ ਆਪਣੇ ਕੋਲੇ ਰਾਸ਼ਟਰੀ ਸਲਾਹਕਾਰ ਪ੍ਰੀਸ਼ਦ ਆ ਜਿਹਦੇ ਵਿੱਚ ਆਪਾਂ ਕੇਂਦਰੀ ਸਰਕਾਰ ਨੇ ਇੱਕ ਸਿੱਖਿਆ ਸਿਖਲਾਈ ਅਤੇ ਯੋਜਨਾ ਸੰਬੰਧੀ ਮਾਮਲਿਆਂ ਉੱਤੇ ਵਿਚਾਰ ਕਰਨ ਲਈ ਇੱਕ ਰਾਸ਼ਟਰੀ ਸਲਾਹਕਾਰ ਵੀ ਸਿੱਖਿਆ ਦੀ ਸਿਖਲਾਈ ਦੇ ਲਈ ਅਤੇ ਯੋਜਨਾ ਸੰਬੰਧੀ ਜੋ ਵੀ ਮਾਮਲੇ ਆਉਂਦੇ ਸੀਗੇ, ਠੀਕ ਹੈ, ਉਹਨਾਂ ਦੇ ਉੱਪਰ ਵੀ ਮਤਲਬ ਕਿ ਪ੍ਰੀਸ਼ਦ ਦਾ ਗਠਨ ਕੀਤਾ ਗਿਆ ਸੀ। ਅਪੰਗਾਂ ਦੇ ਜੋ ਰੋਜ਼ਗਾਰ ਸੰਬੰਧੀ ਸਮੱਸਿਆਵਾਂ ਦੇ ਹੱਲ ਕਰਨ ਲਈ ਨਿਹਤ ਦਿੱਲੀ, ਹੈਦਰਾਬਾਦ, ਚੇਨਈ, ਜਲੰਧਰ, ਕਾਨਪੁਰ, ਅਹਿਮਦਾਬਾਦ ਸਾਰੇ ਕਿਤੇ ਮਤਲਬ ਇਹਦੇ ਵਿਭਾਗ ਆ ਜਿਹੜੇ ਸਥਾਪਿਤ ਕੀਤੇ ਗਏ ਸੀ। ਮੰਦਬੁੱਧੀ ਬਾਲਕਾਂ ਦੀ ਸਿੱਖਿਆ ਲਈ ਕਹਿੰਦੇ ਮਾਨਸਿਕ ਰੂਪ ਤੋਂ ਅਸਮਰੱਥ ਬਾਲਕਾਂ ਦੀ ਸਿੱਖਿਆ ਵਿਵਸਥਾ ਲਈ ਬੰਗਾਲ ਵਿੱਚ 2 ਸਕੂਲ ਸਥਾਪਿਤ ਕੀਤੇ ਗਏ। ਇਹਨਾਂ ਬਾਲਕਾਂ ਦੀ ਬੁੱਧੀ ਪੱਧਰ ਮਤਾ ਲਗਾਉਣ ਲਈ ਇਲਾਹਾਬਾਦ ਦੀ ਮਨੋਵਿਗਿਆਨਿਕ ਪ੍ਰਯੋਗਸ਼ਾਲਾ ਵਿੱਚ ਕਹਿੰਦੇ ਅਨੇਕਾਂ ਮਨੋਵਿਗਿਆਨਿਕ ਪ੍ਰੀਖਿਆਵਾਂ ਤਿਆਰ ਕੀਤੀਆਂ ਗਈਆਂ। 55-56 ਵਿੱਚ ਕਹਿੰਦੇ ਅਪੰਗਾਂ ਦੀ ਸਿੱਖਿਆ ਉੱਤੇ ਕੀਤੇ ਜਾਣ ਵਾਲੇ ਖਰਚੇ ਦਾ 50% ਭਾਰ ਕੇਂਦਰੀ ਸਰਕਾਰ ਤੇ ਬਾਕੀ ਰਾਜ ਸਰਕਾਰ ਤੇ ਸਹਿਣ ਕਰਦੀ ਸੀਗੀ। ਠੀਕ ਹੈ, ਬਹਿਰੇ ਅਤੇ ਗੂੰਗੇ ਬਾਲਕਾਂ ਦੀ ਸਿੱਖਿਆ ਦੇ ਲਈ ਵੀ ਹੈਦਰਾਬਾਦ ਦੇ ਵਿੱਚ ਸਕੂਲ ਖੋਲ੍ਹਿਆ ਗਿਆ ਸੀਗਾ। ਅੱਗੇ ਰਾਜ ਸਰਕਾਰਾਂ ਦੁਆਰਾ ਜਿਹੜੇ ਯਤਨ ਕੀਤੇ ਗਏ ਸੀਗੇ, ਜਿਵੇਂ ਇਸ ਦੀ ਸਵਾਲ ਕੇਂਦਰ ਤੋਂ ਇਲਾਵਾ ਰਾਜ ਸਰਕਾਰਾਂ ਨੇ ਵੀ ਮਾਨਵੀ ਜਿਵੇਂ ਮੇਕ ਸੇਵਾ ਸੰਘ ਵੀ ਆਪਣੇ ਕੋਲ ਕੰਮ ਕਰ ਰਹੇ ਆ। ਪਰ ਕਹਿੰਦੇ ਪੰਜਾਬ ਅੰਦਰ ਚੰਡੀਗੜ੍ਹ ਵਿੱਚ ਅਪੰਗਾਂ ਲਈ ਇੱਕ ਘਰ ਦੀ ਸਥਾਪਨਾ ਕੀਤੀ ਗਈ। ਠੀਕ ਹੈ, ਉੱਤਰ ਪ੍ਰਦੇਸ਼ ਵਿੱਚ ਬਿਊਰੋ ਆਫ ਸਾਈਕੋਲੋਜੀ ਦੀ ਵਿਵਸਥਾ ਕੀਤੀ ਗਈ ਹੈ। ਮੁੰਬਈ ਵਿੱਚ ਅੰਨ੍ਹਿਆਂ ਲਈ ਰਾਸ਼ਟਰੀ ਸੰਘ ਦੀ ਅਤੇ ਅੰਧ ਕਲਿਆਣ ਨਾਮੀ ਇੱਕ ਪੱਤਰਿਕਾ ਪ੍ਰਕਾਸ਼ਿਤ ਕੀਤੀ ਗਈ। ਜੋ ਕਲਕੱਤਾ ਦੇ ਬਹਿਰੇ ਅਤੇ ਗੂੰਗੇ ਬਾਲਕਾਂ ਦਾ ਸਕੂਲ ਬਹਿਰੇ ਨਾਮਕ ਪੱਤਰਿਕਾ ਪ੍ਰਕਾਸ਼ਿਤ ਕੀਤੀ ਗਈ ਸੀ। ਠੀਕ ਹੈ, ਅੱਗੇ ਵਿਕਲਾਂਗ ਬੱਚਿਆਂ ਦੇ ਲਈ ਵਿਵਸਾਇਕ ਪੁਨਰਵਾਸ ਜਿਹੜੇ ਆਪਣੇ ਕੋਲ ਕੇਂਦਰ ਸਥਾਪਿਤ ਕੀਤੇ ਗਏ ਸੀਗੇ, ਜਿਵੇਂ ਆਪਣੇ ਕੋਲ ਦੱਸਿਆ ਗਿਆ ਰਾਜਾ ਦ੍ਰਿਸ਼ਟੀ ਵਿਕਾਰ ਦੇ ਲਈ ਰਾਸ਼ਟਰੀ ਸੰਸਥਾਨ ਦੇਹਰਾਦੂਨ ਦੇ ਵਿੱਚ ਸਟਾਰਟ ਕੀਤਾ ਗਿਆ। ਸਰੀਰਕ ਅਪਾਹਿਜਾਂ ਦੇ ਲਈ ਰਾਸ਼ਟਰੀ ਸੰਸਥਾਨ ਕੋਲਕਾਤਾ ਦੇ ਵਿੱਚ, ਸੁਣਨ ਸਮਰੱਥਾ ਵਾਲੇ ਵਿਕਲਾਂਗਾਂ ਲਈ ਰਾਸ਼ਟਰੀ ਸੰਸਥਾਨ ਮੁੰਬਈ ਦੇ ਵਿੱਚ, ਮਾਨਸਿਕ ਵਿਕਲਾਂਗ ਦੇ ਲਈ ਰਾਸ਼ਟਰੀ ਜਿਹੜਾ ਸੰਸਥਾਨ ਆ ਹੈਦਰਾਬਾਦ ਵਿੱਚ। ਇਹ ਸਾਰੇ ਮਤਲਬ ਕੇਂਦਰਾਂ ਦੇ ਨਾਮ ਹੀ ਦੱਸੇ ਗਏ ਕਿਹੜੇ ਕਿਹੜੇ ਸੰਨ ਦੇ ਵਿੱਚ ਕੀ ਕੀਤੇ ਗਏ ਸੀਗੇ, ਚਲਾਏ ਗਏ ਸੀਗੇ ਰਾਜੇ। ਠੀਕ ਹੈ, ਇਹ ਵਾਲਾ ਟੌਪਿਕ ਤੁਸੀਂ ਰੀਡ ਕਰ ਲਿਓ। ਜਿਹਦੇ ਵਿੱਚ ਰਾਜੇ ਕੋਈ ਪ੍ਰੋਬਲਮ ਲੱਗੀ ਤਾਂ ਮੈਨੂੰ ਦੁਬਾਰਾ ਪੁੱਛ ਲਿਓ। ਓਕੇ ਬੇਟਾ, ਥੈਂਕ ਯੂ ਸੋ ਮਚ।